ਪ੍ਰਦੇਸ਼ ਟਾਈਮ ਟੀਵੀ ਨੂੰ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਪਰਮਪਾਲ ਸਿੰਘ ਤੁਹਾਨੂੰ ਮੁਖਾਤਬ ਹਾਂ। ਦੋਸਤੋ, ਬਹੁਤ ਦਿਨ ਹੋ ਗਏ ਆਪਾਂ ਜਿਹੜੀਆਂ ਵਿਆਹ ਦੀਆਂ ਜਿਹੜੀਆਂ ਰਸਮਾਂ ਹੈਗੀਆਂ ਉਸ ਦੀ ਅਸੀਂ ਸ਼ੰਖਲਾ ਤੋਰੀ ਹੋਈ ਸੀਗੀ। ਉਸ ਦੇ ਵਿੱਚ ਥੋੜ੍ਹਾ ਜਿਹਾ ਗੈਪ ਪੈ ਗਿਆ। ਅਸੀਂ ਬੜੇ ਮਸਰੂਫ ਸੀਗੇ ਆਪਣੇ ਥੋੜ੍ਹੇ ਜਿਹੇ ਕੰਮਾਂ ਕਾਰਾਂ ਦੇ ਵਿੱਚ। ਉਸ ਗੱਲ ਦੀ ਮਾਫੀ ਚਾਹੁੰਦੇ ਹਾਂ। ਤਾਂ ਚਲੋ ਅੱਗੇ ਆਪਾਂ ਚੱਲੀਏ। ਮੇਰਾ ਖਿਆਲ ਤੁਹਾਨੂੰ ਇਸ ਤੋਂ ਪਹਿਲਾਂ ਜਿਹੜੇ ਜਿੰਨੇ ਵੀ ਆਪਾਂ ਐਪੀਸੋਡ ਕੀਤੇ ਆ 7 ਕੀਤੇ ਹੋਣਗੇ ਮੇਰਾ ਖਿਆਲ, ਜਾਂ 6-7 ਕੀਤੇ ਹੋਏ ਆ। ਉਸ ਦੇ ਵਿੱਚ ਆਪਾਂ ਸ਼ੁਰੂ ਤੋਂ ਲੈ ਕੇ ਆਪਣੇ ਜਿਹੜੇ ਵਿਆਹ ਦੀਆਂ ਰਸਮਾਂ ਦੇ ਵਿੱਚ, ਜਿਵੇਂ ਕਿ ਵਰ ਟੋਲਣ ਤੋਂ ਲੈ ਕੇ ਗੋਤ ਮੇਲਣ ਤੋਂ ਲੈ ਕੇ ਮੰਗਣੀ, ਤਾਂ ਜਿਹੜਾ ਹੈਗਾ ਸਾਹਾ ਬੰਨਣਾ, ਵਿਆਹ ਦੀ ਭੇਲੀ, ਚੱਕੀਆਂ, ਮਾਈਆਂ, ਹੈ ਨਾ, ਮੰਜੇ ਬਿਸਤਰੇ ਇਕੱਠੇ ਕਰਨੇ, ਕੜਾਹੀ ਚਾੜਨਾ, ਅਤੇ ਇਹ ਜਿਹੜਾ ਹੈਗਾ ਨਿਉਂਦਾ ਪਾਉਣਾ, ਬਟਨਾ ਮਲਣਾ, ਨਾਈ ਧੋਈ ਵਗੈਰਾ। ਅਤੇ ਆਪਾਂ ਮੇਰਾ ਖਿਆਲ ਅਖੀਰਲੇ ਦੇ ਵਿੱਚ ਨਾਈ ਧੋਈ 'ਤੇ ਆਪਣਾ ਸੁਰਮਾ ਪਾਉਣ ਦੀ ਜਿਹੜੀ ਰਸਮ ਸੀ ਨਾ, ਉਹ ਆਪਾਂ ਕੀਤੀ ਸੀ। ਚਲੋ ਆਪਾਂ ਅੱਗੇ ਚੱਲਦੇ ਹਾਂ। ਆਪਾਂ ਉੱਥੋਂ ਤੱਕ ਕੋਸ਼ਿਸ਼ ਕਰਾਂਗੇ ਉੱਪਰ ਜੀ ਕਿ ਜਦੋਂ ਜੰਨ ਦੀ ਤਿਆਰੀ ਦੇ ਵਿੱਚ ਜਿਹੜਾ ਲਾੜਾ ਹੈਗਾ ਉਹ ਉੱਥੋਂ ਤੱਕ ਤਿਆਰ ਹੋਣ ਦੇ ਜਿਹੜੇ ਰਸਮਾਂ ਅਸੀਂ ਕਰਦੇ ਹਾਂ ਨਾ, ਆਪਾਂ ਉੱਥੋਂ ਤੱਕ ਉੱਪੜਨ ਦੀ ਕੋਸ਼ਿਸ਼ ਕਰਾਂਗੇ ਅੱਜ। ਅਤੇ ਚਲੋ ਫਿਰ ਇਸ ਤੋਂ ਪਹਿਲਾਂ ਕਿ ਆਪਾਂ ਟਾਈਮ ਨਾ ਹੋਰ ਵੇਸਟ ਕਰੀਏ ਅਤੇ ਆਪਾਂ ਉਸ ਤੋਂ ਅੱਗੇ ਚੱਲਦੇ ਹਾਂ। ਪਰ ਇੱਕ ਗੱਲ ਦਾ ਖਿਆਲ ਰੱਖਿਓ, ਆਉਣ ਵਾਲੇ ਸਮੇਂ ਦੇ ਵਿੱਚ ਬੜੇ ਸੋਹਣੇ ਪ੍ਰੋਗਰਾਮ ਆ ਰਹੇ ਆ। ਸਬਸਕ੍ਰਾਈਬ ਜ਼ਰੂਰ ਕਰ ਲਿਓ। ਮੈਨੂੰ ਕਈ ਵਾਰੀ ਕਾਲ ਆ ਜਾਂਦੀ ਹੈਗੀ ਹੈ ਕਿ ਭਾਜੀ ਸਾਡੇ ਕੋਲ ਆਹ ਪ੍ਰੋਗਰਾਮ ਐਤਕੀ ਤਾਂ ਆਇਆ ਨਹੀਂ, ਅਤੇ ਇਸ ਤਰ੍ਹਾਂ ਕਰਕੇ ਮਤਲਬ ਕਿ ਉਹਦਾ ਸਾਡੇ ਕੋਲ ਮਿਸ ਹੋ ਗਿਆ, ਹੈ ਨਾ। ਜਿਹੜਾ ਦੇਖਣਾ ਚਾਹੁੰਦੇ ਹੈ ਪ੍ਰੋਗਰਾਮ, ਉਹ ਮੇਰੀ ਗੁਜ਼ਾਰਿਸ਼ ਹੈ ਕਿ ਉਹ ਨਾ YouTube ਦੇ ਉੱਤੇ ਜਾ ਕੇ ਉਸ ਨੂੰ ਸਬਸਕ੍ਰਾਈਬ ਕਰ ਲਓ, pradeshtimes.com 'ਤੇ ਜਾ ਕੇ, ਅਤੇ ਉਸ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ। ਚਲੋ ਆਓ ਆਪਾਂ ਅੱਗੇ ਵਧਦੇ ਹਾਂ। ਮੈਂ ਨਾ ਪਿਛਲੇ ਐਪੀਸੋਡ ਦੇ ਵਿੱਚ ਤੁਹਾਨੂੰ ਜਿਹਦੇ ਵਿੱਚ ਮੈਂ ਦੱਸਿਆ ਸੀਗਾ ਸੁਰਮਾ ਪਾਉਣਾ ਅਤੇ ਨਾਈ ਧੋਈ ਕਰਨਾ, ਉਸ ਦੇ ਵਿੱਚ ਨਾ ਇੱਕ ਮੈਂ ਲੜਕੀਆਂ ਬਾਰੇ ਦੱਸਣਾ ਸੀ, ਅਤੇ ਚੱਲ ਆਪਾਂ ਉੱਥੋਂ ਸ਼ੁਰੂ ਕਰ ਦਿੰਦੇ ਹਾਂ। ਉਹ ਹੈਗਾ ਬਹੁਤ ਇੱਕ ਪਿਆਰੀ ਰਸਮ ਹੁੰਦੀ ਸੀ ਪਹਿਲਾਂ। ਉਸ ਨੂੰ ਕਹਿੰਦੇ ਜੀ ਸੱਗੀ ਫੁੱਲ ਗੁੰਦਣੇ, ਹੈ ਨਾ। ਸੱਗੀ ਫੁੱਲ ਪਾਉਣਾ ਵੀ ਕਹਿ ਦਿੰਦੇ, ਸੱਗੀ ਫੁੱਲ ਗੁੰਦਣੇ। ਤਾਂ ਇਹ ਜਿਹੜੀਆਂ ਹੈਗੀਆਂ ਨਾ ਰਸਮ ਹੈ ਜਿਹੜੀ ਇਸਤਰੀਆਂ ਦੁਆਰਾ ਕੀਤੀ ਜਾਂਦੀ ਹੈ। ਸੱਗੀ ਫੁੱਲ ਕੀ ਹੁੰਦਾ ਹੈ? ਇੱਕ ਤਾਂ ਨਾਂ ਕਿੱਡਾ ਸੋਹਣਾ, ਸੱਗੀ ਫੁੱਲ। ਅੱਛਾ, ਇਹ ਕੀ ਹੁੰਦਾ ਹੈ ਕਿ ਜਿਹੜੀਆਂ ਨਾ ਇਸਤਰੀਆਂ ਜਿਹੜੀਆਂ ਉਹ ਇਹਨੂੰ ਪਹਿਨਦੀਆਂ ਨੇ, ਖਾਸ ਕਰ ਵਿਆਹ ਦੇ ਸਮੇਂ ਜਿਹੜੀ ਮਤਲਬ ਕਿ ਪਹਿਨੀ ਜਾਂਦੀ ਹੈ ਇਹ ਸੱਗੀ ਫੁੱਲ ਦੀ ਜਿਹੜੀ ਗਹਿਣਾ ਹੁੰਦਾ, ਟੂਮ ਕਹਿ ਦਿੰਦੇ ਆ, ਟੂਮਾ ਕਹਿ ਦਿੰਦੇ ਹੁੰਦੇ ਨੇ, ਤਾਂ ਉਹ ਸਿਰ ਦੇ ਉੱਤੇ ਬੰਨੀ ਜਾਂਦੀ ਹੈ। ਤਾਂ ਕਿਸ ਤਰ੍ਹਾਂ ਦੀ ਹੁੰਦੀ ਹੈ ਇਹ? ਇੱਕ ਤਰ੍ਹਾਂ ਦੀ ਜਿਹੜੀ ਠੂਠੀ ਹੁੰਦੀ ਹੈ ਨਾ, ਨਾਰੀਅਲ ਦੀ ਠੂਠੀ ਹੁੰਦੀ ਹੈ ਨਾ, ਜਿਵੇਂ ਨਾਰੀਅਲ ਜਿਹੜਾ ਹੁੰਦਾ ਪੂਰਾ ਉਸਨੂੰ ਅੱਧਾ ਕਰ ਦਿਓ, ਇੱਕ ਠੂਠੀ ਬਣ ਜਾਂਦੀ ਹੈ ਨਾ, ਸੁੱਕੇ ਵੀ ਨਾਰੀਅਲ ਦੀ ਠੂਠੀ। ਉੱਦਾਂ ਦੀ ਇੱਕ ਗਹਿਣਾ ਹੁੰਦਾ ਬਣਾਇਆ ਜਾਂਦਾ ਜਿਹੜਾ ਕਿ ਸੋਨੇ ਦਾ ਹੁੰਦਾ, ਚਾਹੇ ਉੱਤੇ ਸੋਨੇ ਦੀ ਮਤਲਬ ਕਿ ਪਰਤ ਹੋਵੇ, ਚਾਹੇ ਉੱਤੇ ਸੋਨੇ ਦੀ ਝਾਲ ਮਰਾਈ ਹੋਵੇ, ਅਤੇ ਉਹ ਇੱਕ ਠੂਠੀ ਨੁਮਾ ਹੁੰਦਾ। ਅਤੇ ਠੂਠੀ ਨੁਮਾ ਉਸ ਮਤਲਬ ਕਿ ਸੋਨੇ ਦੇ ਜਿਹੜਾ ਇਸ ਤਰ੍ਹਾਂ ਦਾ ਹੁੰਦਾ, ਉਹ ਇਸ ਤਰ੍ਹਾਂ ਉਸ ਦੇ ਉੱਪਰ ਕਰਕੇ ਨਾ, ਜੇ ਅਸੀਂ ਠੂਠੀ ਨੂੰ ਐਂ ਕਰਕੇ ਮੂਧੀ ਰੱਖ ਦਈਏ ਤਾਂ ਉਸ ਦੇ ਉੱਪਰ ਇੱਕ ਲੁੰਬੀ ਹੁੰਦੀ ਹੈ, ਅਤੇ ਅੰਦਰ ਉਸ ਦੇ ਲਾਖ ਲਾ ਕੇ ਅਤੇ ਉਸ ਨੂੰ ਅੰਦਰ ਮੋਸਟ ਆਮ ਤੌਰ ਉੱਤੇ ਚਾਂਦੀ ਦਾ ਮਲਮਾ ਮਤਲਬ ਚੜ੍ਹਾ ਦਿੱਤਾ ਜਾਂਦਾ ਹੈ, ਅਤੇ ਉਸ ਦੇ ਵਿੱਚ ਲਾਖ ਪਾ ਕੇ ਅਤੇ ਉਹਦੇ ਵਿੱਚ ਨਾ ਇੱਕ ਕੁੰਡਾ ਪਾਇਆ ਜਾਂਦਾ ਹੈ। ਯਾਨੀ ਇਸ ਤਰ੍ਹਾਂ ਹੋ ਗਈ ਸੱਗੀ, ਇਹ ਸੋਨੇ ਦੀ ਮਤਲਬ ਲੱਗਦੀ ਆ ਬਾਹਰੋਂ, ਅੰਦਰੋਂ ਚਾਂਦੀ ਦਾ ਮੁਲੰਮਾ ਹੁੰਦਾ ਜਾਂ ਲਾਖ ਭਰ ਕੇ ਇੱਕ ਇੱਥੇ ਕੁੰਡਾ ਲਾਇਆ ਜਾਂਦਾ ਹੈ। ਤਾਂ ਕੁੰਡਾ ਜਿਹੜਾ ਲਾਇਆ ਜਾਂਦਾ ਹੈਗਾ ਉਹਦੇ ਵਿੱਚ ਦੀ ਫਿਰ ਜਾਂ ਤਾਂ ਪਰਾਂਦਾ ਜਿਹੜਾ ਹੁੰਦਾ ਸਿਰ ਦਾ ਇਸਤਰੀਆਂ ਦਾ, ਉਹ ਮਤਲਬ ਕਿ ਵਿੱਚ ਦੀ ਕੱਢ ਕੇ ਉਹਨੂੰ ਫਿਕਸ ਕੀਤਾ ਜਾਂਦਾ, ਜਾਂ ਫਿਰ ਕਈ ਵਾਰੀ ਨਾ ਜੇ ਲੜਕੀਆਂ ਦੇ ਲੰਬੇ ਵਾਲ ਹੁੰਦੇ ਆ ਤਾਂ ਉਹ ਨਾ ਵਿੱਚ 2 ਮੀਡੀਆਂ ਗੁੰਦ ਲੈਂਦੀਆਂ, ਤਾਂ ਉਹ ਮੀਡੀਆਂ ਵੀ ਵਿੱਚ ਦੀ ਕੱਢ ਕੇ ਉਸ ਨੂੰ ਫਿਕਸ ਕਰ ਦਿੱਤਾ ਜਾਂਦਾ। ਇਹ ਤਾਂ ਹੁੰਦੀ ਹੈ ਸੱਗੀ। ਤਾਂ ਉਸ ਤੋਂ ਬਾਅਦ ਫੁੱਲ ਵੀ ਛੋਟੀ ਸੱਗੀ ਵਰਗੀ ਹੁੰਦੇ ਆ ਪਰ ਛੋਟੇ ਹੁੰਦੇ ਆ, ਭਾਵ ਕਹਿੰਦਾ ਸੱਗੀ ਵਰਗੀ ਸ਼ੇਪ ਹੁੰਦੀ ਹੈ ਪਰ ਛੋਟੇ ਹੁੰਦੇ ਆ। ਤਾਂ ਉਸ 'ਤੇ ਉਹ ਜਿਹੜੇ ਫੁੱਲ ਆ ਉਹ ਜਿਵੇਂ ਸੱਗੀ ਇੱਥੇ ਲੱਗੀ ਤਾਂ ਉਹ ਇੱਥੇ ਸਾਈਡਾਂ ਦੇ ਉੱਤੇ ਦੋਨੇ ਪਾਸੇ ਲੱਗਦੇ ਆ, ਇਸ ਕਰਕੇ ਉਸ ਨੂੰ ਸੱਗੀ ਫੁੱਲ ਕਿਹਾ ਜਾਂਦਾ। ਬਸ ਫੁੱਲਾਂ ਨੂੰ ਵੀ ਉਸੇ ਤਰੀਕੇ ਨਾਲ ਹੀ ਉਹਨਾਂ ਦੇ ਉੱਤੇ ਕੁੰਡਾ ਲੱਗਿਆ ਹੁੰਦਾ ਜਿਹਨੂੰ ਕਹਿ ਲਓ, ਤਾਂ ਉਸ ਨੂੰ ਵਿੱਚ ਫਿਕਸ ਕਰ ਦਿੱਤਾ ਜਾਂਦਾ, ਭਾਵ ਕਿ ਵਿੱਚ ਉਸ ਨੂੰ ਜੜ ਦਿੱਤਾ ਜਾਂਦਾ, ਤਾਂ ਇਸ ਨੂੰ ਸੱਗੀ ਫੁੱਲ ਕਹਿ ਦਿੰਦੇ ਆ। ਅਤੇ ਉੱਪਰੋਂ ਇਹਦੇ ਮਤਲਬ ਕਿ ਜਿਹੜਾ ਹੁੰਦਾ ਆਪਣਾ ਚੁੰਨੀ ਰੱਖ ਲੈਂਦੇ ਆ, ਤਾਂ ਉਹ ਇਸ ਤਰ੍ਹਾਂ ਦਾ ਨਾ ਗੁੰਬਦ ਜਿਹਾ ਬਣਿਆ ਲੱਗਦਾ ਹੈਗਾ, ਅਤੇ ਸੋਹਣਾ ਹੁੰਦਾ। ਅੱਜ ਕੱਲ੍ਹ ਵੈਸੇ ਤਾਂ ਵਿਆਹਾਂ ਦੇ ਵਿੱਚ ਕੋਈ ਨਹੀਂ ਪਹਿਨਦਾ, ਪਰ ਜਿੱਥੇ ਜਿਵੇਂ ਹੁਣ ਤੀਆਂ ਦਾ ਮਤਲਬ ਕਿ ਤਿਉਹਾਰ ਜਿਹੜਾ ਹੈਗਾ ਚੱਲ ਕੇ ਹਟਿਆ,
ਤਾਂ ਉਹਦੇ ਵਿੱਚ ਤੁਸੀਂ ਦੇਖਿਆ ਹੋਣਗੇ ਕਿਹੜਾ ਕਿ ਨੌਜਵਾਨ ਮੁਟਿਆਰਾਂ ਜਿਹੜੀਆਂ ਹੈਗੀਆਂ ਉਹ ਸੱਗੀ ਫੁੱਲ ਪਾ ਕੇ ਆਉਂਦੀਆਂ, ਗਿੱਧਾ ਪਾਉਂਦੀਆਂ, ਨੱਚਦੀਆਂ ਟੱਪਦੀਆਂ, ਉਸ ਥਾਵਾਂ ਦੇ ਉੱਤੇ ਸਾਨੂੰ ਮਿਲ ਜਾਂਦਾ। ਪਰ ਮੇਰਾ ਖਿਆਲ ਕਿ ਪਿਛਲੇ ਕੁਝ ਸਮੇਂ ਦੇ ਦਰਮਿਆਨ ਮੈਂ ਨਹੀਂ ਦੇਖਿਆ ਕਿ ਕਿਸੇ ਨੇ ਸੱਗੀ ਫੁੱਲ ਪਾਇਆ ਹੋਵੇ। ਸੋ ਇਸ ਸੱਗੀ ਫੁੱਲ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਸੀ। ਤੇ ਹੁਣ ਆਪਾਂ ਅੱਗੇ ਵਧੀਏ। ਹੁਣ ਫਿਰ ਆਪਾਂ ਮੁੰਡੇ ਦੇ ਵਿਆਹ ਦੇ ਵਿੱਚ ਆਉਣੇ ਆ। ਤਾਂ ਅੱਜ ਫਿਰ ਜਿਹੜਾ ਮੈਂ ਤੁਹਾਨੂੰ ਦੱਸੂਗਾ ਨਾ ਕੁਛ ਮੈਂ ਮਤਲਬ ਸੋਚਿਆ ਹੈਗਾ ਵੀ ਕਿੰਨਾ ਕੁ ਆਪਾਂ ਵਧੀਏ। ਆਪਾਂ 20 ਕੁ ਮਿੰਟ 25 ਕੁ ਮਿੰਟ ਦਾ ਇਹ ਪ੍ਰੋਗਰਾਮ ਹੁੰਦਾ ਆਪਣਾ। ਉਹਦੇ ਦਰਮਿਆਨ ਅਸੀਂ ਇੱਕ ਤਾਂ ਸਰਬਾਲਾ ਅਤੇ ਦੂਜਾ ਅਸੀਂ ਇਹ ਸਿਹਰਾ ਪੜ੍ਹਨਾ ਅਤੇ ਕਿਰਪਾਨ ਫੜਾਉਣੀ, ਘੋੜੀ ਚੜ੍ਹਨ ਤੱਕ ਅਸੀਂ ਹੈ ਨਾ ਅਸੀਂ ਮਤਲਬ ਕਿ ਥੋੜ੍ਹਾ ਬਹੁਤਾ ਤੁਹਾਡੇ ਨਾਲ ਵਾਰਤਾਲਾਪ ਕਰਦੇ ਹਾਂ ਆਪਾਂ ਵੀ, ਮਤਲਬ ਕਿ ਕਿਸ ਤਰੀਕੇ ਦੇ ਨਾਲ ਹੁੰਦਾ ਸੀਗਾ। ਬੜਾ ਜਿਹੜਾ ਹੈਗਾ ਬੜੀਆਂ ਰੌਚਕ ਇਹ ਆਪਣੀਆਂ ਹੁੰਦੀਆਂ ਸੀਗੀਆਂ ਰਸਮਾਂ, ਭਾਵੇਂ ਕਿ ਹੁਣ ਆਪਦੇ ਹਿਸਾਬ ਨਾਲ ਅਸੀਂ ਥੋੜ੍ਹੀਆਂ ਜਿਹੀਆਂ ਸੰਕੁਚਿਤ ਕਰਤੀਆਂ, ਸ਼ਾਰਟ ਕਰਤੀਆਂ ਜਿਹਨੂੰ ਆਪਾਂ ਕਹਿੰਦੇ ਹਾਂ ਇਹ ਰਸਮਾਂ, ਪਰ ਨਿਭਾਉਂਦੇ ਅਜੇ ਵੀ ਹਾਂ ਅਸੀਂ। ਕਿਉਂਕਿ ਦੇਖੋ ਨਾ ਤੁਸੀਂ ਵਿਆਹ ਉਂਝ ਹੀ ਤੁਸੀਂ ਚਲੇ ਜਾਓ, ਜਿਵੇਂ ਕੋਈ ਵਿਆਹ ਹੁੰਦਾ ਹੈਗਾ ਆਪਣਾ ਮੈਂ ਹੋਰ ਕਮਿਊਨਿਟੀਜ਼ ਦੇ ਵਿੱਚ ਹੁੰਦਾ, ਇਕੱਠੇ ਹੋ ਕੇ ਮੁੰਡਾ ਕੁੜੀ ਚਲੇ ਜਾਂਦੇ ਆ, ਉੱਥੇ ਜਾ ਕੇ ਮਤਲਬ ਕਿ ਵਿਆਹ ਕਰ ਲੈਂਦੇ ਆ ਹੈ ਨਾ, ਅਤੇ ਆ ਜਾਂਦੇ ਆ। ਕੋਈ ਗੱਲ ਜੀ ਮਤਲਬ ਕਿ ਉਹ ਰੌਚਕ ਜਿਹੜਾ ਹੈਗਾ ਨਾ ਉਹ ਚੀਜ਼ ਬਣਦੀ ਨਹੀਂ ਹੈ। ਜਾਂ ਕੋਰਟ ਦੇ ਵਿੱਚ ਅੱਜ ਕੱਲ੍ਹ ਜੱਜ ਦੇ ਕੋਲ ਜਾ ਕੇ ਕਰ ਲਏ ਕੀ ਉਹ ਵਿਆਹ ਹੋਇਆ ਹੈ ਨਾ। ਵਿਆਹ ਇੱਕ ਇਹੋ ਜਿਹੀ ਚੀਜ਼ ਹੋਣੀ ਚਾਹੀਦੀ ਜਿਹਦੀ ਯਾਦ ਰਹੇ ਹੈ ਨਾ। ਇਸੇ ਕਰਕੇ ਸਾਰੇ ਫੋਟੋਆਂ ਅਸੀਂ ਮਤਲਬ ਕਿ ਵੀਡੀਓਜ਼ ਅਸੀਂ ਬਣਾਉਂਦੇ ਹਾਂ, ਹੋਰ ਸਾਰਾ ਕੁਛ। ਤਾਂ ਇਸੇ ਤਰੀਕੇ ਦੇ ਨਾਲ ਹੀ ਨਾ ਉੱਥੇ ਆਪਾਂ ਸ਼ੁਰੂਆਤ ਕਰਦੇ ਹਾਂ ਇੱਕ ਸਰਬਾਲਾ। ਸਰਬਾਲਾ ਕੀ ਹੁੰਦਾ? ਦੇਖੋ ਮੈਂ ਸਰਬਾਲਾ ਬੋਲਦਾ, ਸੱਸਾ ਰਾਰਾ ਵਾਵੇ ਕੰਨਾ, ਲੱਲੇ ਦੇ ਪੈਰ 'ਚ ਹਾ ਕੰਨਾ, ਸਰਬਾਲਾ। ਅਤੇ ਕੋਈ ਸਰਬਾਲਾ ਵੀ ਬੋਲਦੇ ਆ, ਕੋਈ ਸਰਮਾਲਾ ਵੀ ਬੋਲਦੇ ਆ ਹੈ ਨਾ। ਇਸ ਤਰ੍ਹਾਂ ਕਰਕੇ ਨਾ ਅਲੱਗ-ਅਲੱਗ ਜਿਹੜੇ ਖੇਤਰ ਨੇ ਪੰਜਾਬ ਦੇ, ਤਾਂ ਉਹਨਾਂ ਦੇ ਵਿੱਚ ਸਰਬਾਲੇ ਨੂੰ ਮਤਲਬ, ਪਰ ਮੈਂ ਜਿਹੜਾ ਇੱਥੇ ਸਰਬਾਲਾ ਬੋਲੂੰਗਾ ਜਾਂ ਸਰਬਾਲਾ ਬੋਲ ਜੂੰਗਾ। ਤਾਂ ਸਰਬਾਲਾ ਕੌਣ ਹੁੰਦਾ ਹੈ? ਜਦੋਂ ਲਾੜਾ ਤਿਆਰ ਹੋ ਜਾਂਦਾ ਹੈ ਤਾਂ ਉਸਨੇ ਜੰਨ ਜਾਣਾ ਹੈ, ਤਾਂ ਉਸ ਦੇ ਨਾਲ ਇੱਕ ਲੜਕੇ ਨੂੰ ਸਪੈਸ਼ਲ ਤੌਰ ਉੱਤੇ ਤਿਆਰ ਕੀਤਾ ਜਾਂਦਾ ਹੈ, ਜਿਹਦਾ ਨਾਂ ਸਰਬਾਲਾ ਦਿੱਤਾ ਜਾਂਦਾ ਹੈ। ਉਹ ਸਰਬਾਲਾ ਜਿਹੜਾ ਹੈਗਾ ਇਹ ਖਿਆਲ ਰੱਖਿਆ ਜਾਂਦਾ ਕਿ ਉਹ ਲਾੜੇ ਦੀ ਉਮਰ ਤੋਂ ਛੋਟਾ ਹੋਵੇ, ਭਾਵੇਂ 2-4 ਸਾਲ ਹੀ ਛੋਟਾ ਹੋਵੇ, ਲੇਕਿਨ ਛੋਟਾ ਹੋਵੇ। ਆਮ ਤੌਰ ਉੱਤੇ ਕੀ ਹੁੰਦਾ ਜਾਂਦਾ ਹੈ ਕਿ ਜਿਹੜਾ ਸਰਬਾਲਾ ਹੈ ਨਾ ਉਹ ਲਾੜੇ ਦੇ ਭਰਾ ਨੂੰ, ਛੋਟੇ ਭਰਾ ਨੂੰ ਹੀ ਬਣਾ ਦਿੱਤਾ ਜਾਂਦਾ ਹੈ, ਅਤੇ ਨਹੀਂ ਤਾਂ ਫਿਰ ਨੇੜਲੇ ਰਿਸ਼ਤੇਦਾਰਾਂ ਦੇ ਵਿੱਚੋਂ ਕੋਈ ਛੋਟਾ ਭਰਾ ਲੈ ਕੇ ਉਸ ਨੂੰ ਸਰਬਾਲਾ ਬਣਾ ਦਿੱਤਾ ਜਾਂਦਾ। ਤਾਂ ਸਰਬਾਲੇ ਦਾ ਕੰਮ ਕੀ ਹੁੰਦਾ ਹੈ? ਸਰਬਾਲੇ ਨੂੰ ਉਵੇਂ ਹੀ ਸ਼ਗਨ ਪਾਇਆ ਜਾਂਦਾ ਜਿਵੇਂ ਕਿ ਆਪਣਾ ਲਾੜੇ ਨੂੰ ਪਾਏ ਜਾਂਦੇ ਨੇ। ਉਹ ਹਮੇਸ਼ਾ ਜਦੋਂ ਸਰਬਾਲਾ ਬਣਾ ਦਿੱਤਾ ਜਾਂਦਾ ਨਾਲ ਉਹ ਬਿਠਾ ਦਿੱਤਾ ਜਾਂਦਾ ਉਹਦੇ, ਅਤੇ ਉੱਥੇ ਹੁਣ ਮੈਂ ਥੋੜ੍ਹਾ ਦੱਸਾਂ ਤੁਹਾਨੂੰ ਵੀ ਜੰਨ ਚੜ੍ਹਨ ਤੋਂ ਪਹਿਲਾਂ ਕੁਰਸੀ ਦੇ ਉੱਤੇ ਲਾੜੇ ਨੂੰ ਬਿਠਾ ਦਿੱਤਾ ਜਾਂਦਾ, ਨਾਲ ਇੱਕ ਕੁਰਸੀ 'ਤੇ ਜਾਂ ਮੰਜੇ 'ਤੇ ਕਹਿ ਲਓ, ਨਾਲ ਹੀ ਉਹਦੇ ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਸਰਬਾਲੇ ਨੂੰ ਬਿਠਾ ਦਿੰਦਾ। ਤਾਂ ਤੋਂ ਸ਼ਗਨ ਕਰਦੇ ਆ, ਅਤੇ ਉਹ ਜੰਨ ਤਿਆਰ ਕਰਨ ਦਾ ਜਿੱਥੇ ਵੀ ਰਸਮਾਂ ਹੁੰਦੀਆਂ ਨਾ ਉਹਦੇ ਵਿੱਚ ਅਸੀਂ, ਜਿਹਦੇ ਵਿੱਚ ਪਹਿਲਾਂ ਆਪਾਂ ਥੋੜ੍ਹਾ ਜਿਹਾ ਇਹਦੇ ਪ੍ਰਤੀ ਵਾਰਤਾਲਾਪ ਕੀਤੀ ਸੀਗੀ, ਜਿਹਦੇ ਵਿੱਚ ਸੁਰਮਾ ਪਾਉਣਾ ਆ ਜਾਂਦਾ। ਇਹ ਸਾਰੀਆਂ ਤਿਆਰੀਆਂ ਨਾ ਜਿਹੜੀਆਂ ਇਹ ਜੰਨ ਚੜ੍ਹਨ ਤੋਂ ਪਹਿਲਾਂ ਦੀਆਂ। ਤਾਂ ਸਰਬਾਲੇ ਨੂੰ ਕੀ ਹੁੰਦਾ ਹੈ ਕਿ ਸਰਬਾਲਾ ਜਿਹੜਾ ਹੈਗਾ ਉਹਦੇ ਵੀ ਸੋਹਣੇ ਕੱਪੜੇ ਪਾਏ ਜਾਂਦੇ ਹੈਗੇ ਆ, ਅਤੇ ਉਸ ਨੂੰ ਇਹੀ ਕਿਹਾ ਜਾਂਦਾ ਕਿ ਭਾਈ ਤੂੰ ਹਮੇਸ਼ਾ ਲਾੜੇ ਦੇ ਨਾਲ ਰਹਿਣਾ। ਅਤੇ ਇਸ ਦੇ ਵਿੱਚ ਲਾੜੇ ਦੀ ਜ਼ਰੂਰਤ ਕਿਉਂ ਪੈਦਾ ਹੋਈ ਹੈ ਨਾ, ਇਹ ਕੀ ਚੀਜ਼ ਹੁੰਦੀ ਹੈ? ਦਰਅਸਲ ਪਹਿਲੇ ਸਮੇਂ ਦੇ ਵਿੱਚ ਨਾ ਜਦੋਂ ਮਤਲਬ ਬਰਾਤਾਂ ਜਾਂਦੀਆਂ ਹੁੰਦੀਆਂ ਸੀਗੀਆਂ, ਕਿਉਂਕਿ ਬਰਾਤਾਂ ਜ਼ਿਆਦਾ ਪੈਦਲ ਜਾਂਦੀਆਂ ਹੁੰਦੀਆਂ ਸੀ, ਗੱਡਿਆਂ 'ਤੇ, ਰੱਥ ਦੇ ਉੱਤੇ, ਘੋੜੀਆਂ 'ਤੇ ਚੜ੍ਹ ਕੇ, ਇੱਦਾਂ ਦਾ ਮਤਲਬ ਹੁੰਦਾ ਸੀਗਾ। ਕੱਚੇ ਥਾਂ ਹੁੰਦੇ ਸੀ, ਸੜਕਾਂ ਹੁੰਦੀਆਂ ਨਹੀਂ ਸੀਗੀਆਂ ਹੈ ਨਾ। ਤਾਂ ਜਿਹੜੇ ਗੰਦੇ ਲੋਕ ਹੁੰਦੇ ਸੀਗੇ, ਜਿਹੜੇ ਧਾੜਵੀ ਲੋਕ ਹੁੰਦੇ ਸੀ, ਲੁਟੇਰੇ ਲੋਕ ਹੁੰਦੇ ਸੀ ਹੈ ਨਾ, ਇਹ ਉਦੋਂ ਤੋਂ ਵੀ ਚੱਲਦੇ ਆ ਰਹੇ ਆ ਨਾਲ ਦੀ ਨਾਲ ਹੀ। ਤਾਂ ਉਹ ਜਿਹੜੇ ਲੁਟੇਰੇ ਹੁੰਦੇ ਸੀ ਨਾ ਉਹ ਬਰਾਤਾਂ ਨੂੰ ਲੁੱਟਦੇ ਹੁੰਦੇ ਸੀਗੇ, ਕਿਉਂਕਿ ਬਰਾਤਾਂ ਦੇ ਵਿੱਚ ਤੁਹਾਨੂੰ ਪਤਾ ਹੈ 4 ਪੈਸੇ ਕੋਲ ਹੁੰਦੇ ਸੀਗੇ, ਫਿਰ ਟੂਮਾਂ ਜਿਹੜੇ ਗਹਿਣੇ ਪਾਏ ਹੁੰਦੇ ਸੀ, ਕੈਂਠੇ ਪਾਏ ਹੁੰਦੇ ਸੀਗੇ। ਆਮ ਤੌਰ ਉੱਤੇ ਨਾ ਉਹਨਾਂ ਦਿਨਾਂ ਦੇ ਵਿੱਚ ਔਰਤਾਂ ਨਹੀਂ ਸੀ ਬਰਾਤ ਜਾਂਦੀਆਂ ਹੁੰਦੀਆਂ, ਜੰਨ ਨਹੀਂ ਸੀ ਜਾਂਦੀਆਂ ਹੁੰਦੀਆਂ ਔਰਤਾਂ, ਬੰਦੇ ਜਾਂਦੇ ਹੁੰਦੇ ਸੀ, ਕਿਉਂਕਿ ਪਤਾ ਸੀਗਾ ਵੀ ਕਿਸੇ ਭਾਈ ਉੱਥੇ ਕੋਈ ਲੜਨਾ ਭੜਨਾ ਪੈ ਗਿਆ ਲੁਟੇਰਿਆਂ ਦੇ ਨਾਲ ਤਾਂ ਔਰਤਾਂ ਨੂੰ ਸੰਭਾਲਾਂਗੇ ਕਿ ਉਹਨਾਂ ਦਾ ਮੁਕਾਬਲਾ ਕਰਾਂਗੇ। ਤਾਂ ਇਸੇ ਕਰਕੇ ਹੀ ਜਿਹੜਾ ਆਪਾਂ ਇੱਕ ਜਿਹੜੀ ਹੋਰ ਰਸਮ ਹੈਗੀ ਆ ਜਿਹੜੇ ਲਾੜੇ ਤੇ ਸਰਵਾਲੇ ਨੂੰ ਕਿਰਪਾਨ ਫੜਾਉਣ ਦੀ, ਕਿਰਪਾਨ ਸਮਝਦੇ ਨਾ ਤਲਵਾਰ, ਅੱਜ ਕੱਲ੍ਹ ਅਸੀਂ ਸਿਰੀ ਸਾਖੀ ਕਹਿੰਦੇ ਹਾਂ ਅਸੀਂ, ਤਾਂ ਉਹ ਕਿਰਪਾਨ ਫੜਾਉਣ ਦੀ ਵੀ ਰਸਮ ਹੁੰਦੀ ਸੀਗੀ, ਉਹ ਵੀ ਫੜਾਈ ਜਾਂਦੇ ਸੀ। ਚਲੋ ਆਪਾਂ ਨਾਲ ਹੀ ਇਕੱਠੇ ਹੀ ਚੱਲ ਪੈਂਦੇ ਹਾਂ ਇਹਦੇ ਸਰਵਾਲੇ ਦੇ ਨਾਲ ਹੀ।
ਤਾਂ ਮੈਂ ਦੱਸ ਰਿਹਾ ਸੀਗਾ ਕਿ ਉਸ ਟਾਈਮ ਲੁਟੇਰੇ ਜਿਹੜੇ ਸੀਗੇ ਨਾ ਉਹ ਕਈ ਵਾਰੀ ਕਰ ਦਿੰਦੇ ਸੀਗੇ, ਅਟੈਕ ਕਰ ਦਿੰਦੇ ਸੀ, ਹਮਲਾ ਕਰ ਦਿੰਦੇ ਸੀਗੇ ਵੀ ਜਿਸ ਦੇ ਵਿੱਚ ਨਾ ਉਹ ਲੁੱਟਾਂ ਖੋਹਾਂ ਕਰਕੇ ਚਲੇ ਜਾਂਦੇ ਸੀਗੇ। ਕਈ ਵਾਰ ਉਹ ਮਾਰ ਮਰਾਈ ਵੀ ਕਰ ਜਾਂਦੇ ਸੀ। ਮਾਰ ਮਰਾਈ ਕਿਉਂ ਹੁੰਦੀ ਸੀ? ਕਈ ਵਾਰੀ ਕਬੀਲੇ ਦੇ ਲੋਕ ਉਹ ਆਪਸ ਵਿੱਚ, ਕਬੀਲੇ ਜਿਹੜੇ ਹੁੰਦੇ ਆ ਨਾ ਇਹ ਆਪਸ ਵਿੱਚ ਨਾ ਸ਼ੁਰੂ ਤੋਂ ਹੀ ਮਤਲਬ ਕਿ ਇਹਨਾਂ ਦੀ ਆਪਸ ਵਿੱਚ ਲਾਗ ਡਾਟ ਰਹੀ ਹੈ, ਲੜਦੇ ਪਿੜਦੇ ਰਹਿੰਦੇ ਨੇ। ਜਿਵੇਂ ਕਿ ਅੱਜ ਕੱਲ੍ਹ ਵੀ ਇੱਕ ਦੇਸ਼ ਦੇ ਵਿੱਚ ਕਬੀਲੇ ਹੈਗੇ ਨੇ ਅਤੇ ਉਹ ਵੀ ਆਪਸ ਵਿੱਚ ਲੜਦੇ ਭਿੜਦੇ ਰਹਿੰਦੇ ਨੇ ਅਤੇ ਮਤਲਬ ਕਿ ਉਹਨਾਂ ਦੇ ਆਪਦੇ ਹੀ ਰੂਲ ਐਂਡ ਰੈਗੂਲੇਸ਼ਨਸ ਹੁੰਦੇ ਨੇ। ਤਾਂ ਉਹ ਕਬੀਲੇ ਜਦੋਂ ਕਈ ਵਾਰੀ ਨਾ ਉਹ ਹੀ ਕਰਦੇ ਸੀਗੇ, ਉਹ ਉਧਾਲ ਕੇ ਲੈ ਜਾਂਦੇ ਸੀ। ਉਧਾਲ ਸਮਝਦੇ ਹੋ ਕਿ ਹਮਲਾ ਕਰਕੇ ਨਾ ਜਿਹੜੀ ਮਤਲਬ ਕਿ ਜਦੋਂ ਬਰਾਤ ਵਾਪਸ ਆਉਂਦੀ ਸੀ ਨਾ ਤਾਂ ਜਿਹੜੀ ਲਾੜੀ ਹੁੰਦੀ ਸੀ ਨਾ ਉਹਨੂੰ ਉਹ ਉਧਾਲ ਕੇ ਲੈ ਜਾਂਦੇ ਸੀ, ਭਾਵ ਕਿ ਕਈ ਖੂਨ ਖਰਾਬਾ ਕਰਕੇ ਅਤੇ ਉਹਨੂੰ ਚੱਕ ਕੇ ਲੈ ਜਾਂਦੇ ਹੁੰਦੇ ਸੀ। ਫਿਰ ਆਪ ਵਿਆਹ ਕਰਦੇ ਸੀ ਉਹਨਾਂ ਨਾਲ, ਮਤਲਬ ਕਬੀਲਿਆਂ ਦਾ ਇਹੋ ਜਿਹਾ। ਉਹ ਅੱਜ ਕੱਲ੍ਹ ਨਹੀਂ ਹੁੰਦਾ, ਲੇਕਿਨ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਹੁੰਦਾ ਸੀ ਉਦੋਂ ਫਿਰ ਉਹ ਨਾ ਮਤਲਬ ਕਿ ਬਰਾਤ ਦੇ ਵਿੱਚ, ਹੁਣ ਚਲੋ ਆਪਾਂ ਫਿਰ ਉੱਥੇ ਆਈਏ ਕਿ ਲੜਕਾ ਦੀ ਜਦੋਂ ਬਰਾਤ ਜਾ ਰਹੀ ਹੈ ਤਾਂ ਸਰਵਾਲਾ ਵੀ ਨਾਲ ਹੈਗਾ। ਤਾਂ ਇਹ ਲੜਕੇ ਨੂੰ ਫਿਰ ਕੀ ਕੀਤਾ ਜਾਂਦਾ ਸੀਗਾ ਕਿ ਆਮ ਤੌਰ ਉੱਤੇ ਮਾਂ ਜਾਂ ਪਿਓ ਖਾਸ ਮਤਲਬ ਬੰਦਾ ਤਾਂ ਲੜਕੇ ਨੂੰ ਕਿਰਪਾਨ ਦਿੰਦਾ ਹੁੰਦਾ ਸੀ। ਉਸ ਰਸਮ ਨੂੰ ਵੀ ਅਸੀਂ ਇਹੀ ਗੱਲ ਕਹਿੰਦੇ ਹਾਂ ਕਿ ਲਾੜੇ ਦੇ ਹੱਥ ਕਿਰਪਾਨ ਫੜਾਉਣੀ ਹੈ ਨਾ, ਇਹ ਵੀ ਇੱਕ ਰਸਮ ਹੈਗੀ ਆ। ਉਹ ਤਾਂ ਦਿੱਤੀ ਜਾਂਦੀ ਸੀਗੀ ਕਿ ਬੱਚੇ ਵੀ ਸਰਬਾਲੇ ਦੇ ਨਾਲ ਤੂੰ ਘੋੜੀ 'ਤੇ ਚੜ੍ਹ ਕੇ ਜਾਣਾ। ਆਮ ਤੌਰ ਉੱਤੇ ਘੋੜੀ 'ਤੇ ਚੜ੍ਹ ਕੇ ਜਾਂਦੇ ਹੁੰਦੇ ਸੀ, ਬਾਕੀ ਪੈਦਲ ਜਾਂ ਗੱਡਿਆਂ 'ਤੇ। ਅਤੇ ਹਰ ਇੱਕ ਦੇ ਹੱਥ ਦੇ ਵਿੱਚ ਨਾ ਕਿਰਪਾਨ, ਕਿਸੇ ਦੇ ਵਿੱਚ ਕਿਸੇ ਦੇ ਡਾਂਗਾਂ, ਗੰਡਾਸੇ ਗੰਡਾਸੀਆਂ ਹੈ ਨਾ, ਬਰਸ਼ੇ ਵੀ ਕਈ ਚੱਕ ਲੈਂਦੇ ਸੀਗੇ। ਅਤੇ ਵੈਸੇ ਬਰਸ਼ਾ ਨੰਗਾ ਹਥਿਆਰ ਹੀ ਹੁੰਦਾ, ਅਤੇ ਉਹ ਵੀ ਚੱਕ ਲੈਂਦੇ ਸੀਗੇ, ਅਤੇ ਨੇਜੇ ਵੀ ਚੱਕ ਲੈਂਦੇ ਸੀਗੇ। ਅਤੇ ਉਹ ਤਾਂ ਚੱਲਦੇ ਹੁੰਦੇ ਸੀਗੇ ਵੀ ਜਿਹਦੇ ਕੋਲੋਂ ਹੁੰਦੇ ਆ ਨਾ ਤਾਂ ਉਹ ਧਾਕ ਜੀ ਬਣ ਜਾਂਦੀ ਹੈ। ਜਿਹੜੇ ਲੁਟੇਰੇ ਆ ਉਹ ਦੇਖ ਕੇ ਅੱਛਾ ਤਾਂ ਚਲੋ ਬਰਾਤ ਚੱਲਦੀ ਜਾਂਦੀ ਹੈ, ਕੁਛ ਨਹੀਂ ਹੁੰਦਾ, ਮੰਨ ਲਓ ਕਿ ਸਭ ਕੁਛ ਠੀਕ ਠਾਕ ਹੋ ਜਾਂਦਾ। ਤਾਂ ਸਰਵਾਲਾ ਜਿਹੜਾ ਹੈਗਾ ਉਹ ਜਦੋਂ ਬਰਾਤ ਜਾਂਦੀ ਹੈ ਨਾ ਉਹਦੀ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਜਾਂਦੀ ਹੈ। ਵਿਚਾਲੇ ਬਿਲਕੁਲ ਬਰਾਤ ਦੇ ਘੋੜੀ ਹੁੰਦੀ ਹੈ ਜਿਹਦੇ ਉੱਤੇ ਲਾੜਾ ਬੈਠਾ ਹੁੰਦਾ ਅਤੇ ਉਹਦੇ ਪਿੱਛੇ ਸਰਵਾਲਾ ਬੈਠਾ ਹੁੰਦਾ। ਤਾਂ ਆਸੇ ਪਾਸੇ ਬਰਾਤ ਚੱਲਦੀ ਹੈ, ਠੀਕ ਹੈ। ਤਾਂ ਮੂਹਰੇ ਨਹੀਂ ਜਾਂਦੇ, ਵਿਚਾਲੇ ਬਿਲਕੁਲ ਬਰਾਤ ਦੇ ਹੁੰਦੇ ਆ। ਤਾਂ ਜਦੋਂ ਮਤਲਬ ਕਿ ਬਰਾਤ ਜਾਂਦੀ ਹੈ, ਜਦੋਂ ਉਹ ਇਸ ਤਰੀਕੇ ਦੇ ਨਾਲ ਜਾਂਦੀ ਹੈ, ਸਰਵਾਲੇ ਕੋਲੇ ਕਿਰਪਾਨ, ਲਾੜੇ ਕੋਲੇ ਕਿਰਪਾਨ, ਦੂਜਿਆਂ ਵੀ ਉਹਨਾਂ ਕੋਲੇ ਵੀ ਕਿਰਪਾਨ, ਥੋੜ੍ਹਾ ਜਿਹਾ ਮਤਲਬ ਬੜੀ ਧਾਕ ਜੀ ਜੰਮੀ ਰਵੇ। ਅਤੇ ਜਦੋਂ ਆਉਂਦੀ ਹੈ ਬਰਾਤ ਤਾਂ ਉਦੋਂ ਲਾੜੀ ਨਾਲ ਹੁੰਦੀ ਹੈ ਅਤੇ ਜਿਹੜਾ ਘੋੜੀ ਹੈਗੀ ਆ ਉਹ ਮੂਹਰੇ ਚੱਲਦੀ ਹੈ ਜਿਹਦੇ ਉੱਤੇ ਲਾੜਾ ਅਤੇ ਸਰਵਾਲਾ ਬੈਠਾ ਹੁੰਦਾ। ਜਿਹੜੀ ਪਿੱਛੇ ਡੋਲੀ ਹੁੰਦੀ ਹੈ, ਡੋਲੀ ਸਮਝਦੇ ਨਾ, ਕਿਸੇ ਦਿਨ ਆਪਾਂ ਫਿਰ ਡੋਲੀ ਬਾਰੇ ਵੀ ਗੱਲ ਕਰਾਂਗੇ। ਜਿਹੜੀ ਡੋਲੀ ਕੁਹਾਰ ਚੱਕਦੇ ਆ, ਇੱਕ ਛੋਟਾ ਜਿਹਾ ਕਮਰਾ ਨੂੰਮਾ ਜਿਸ ਦੇ ਵਿੱਚ ਲੜਕੀ ਬੈਠ ਸਕਦੀ ਹੈ, ਵੈਸੇ 2 ਜਣੇ ਬੈਠ ਸਕਦੇ ਹੁੰਦੇ ਆ ਉਹਦੇ 'ਚ। ਤਾਂ ਉਸ ਨੂੰ ਚੱਕ ਕੇ ਲਿਆਂਦੀ ਜਾਂਦੀ ਹੈ। ਪੁਰਾਣੇ ਸਮਿਆਂ ਦੇ ਵਿੱਚ ਤੈਨੂੰ ਮੈਂ ਦੱਸਿਆ ਨਾ ਕੋਈ ਸੜਕਾਂ ਨਹੀਂ ਸੀ ਹੁੰਦੀਆਂ, ਕੱਚਾ ਥਾਂ ਹੁੰਦਾ ਸੀਗਾ। ਤਾਂ 4 ਜਣੇ ਨਾ, 4 ਕੁਹਾਰ, ਦੋਵਾਂ ਵਾਲੀ ਵੀ ਆ ਗਈ ਸੀ ਪਰ 2 ਬੜੇ ਮੁਸ਼ਕਿਲ ਹੁੰਦੇ ਸੀਗੇ। 2 ਮੂਹਰੇ 2 ਪਿੱਛੇ ਜਿਹੜੇ ਲੱਗਦੇ ਹੁੰਦੇ ਸੀਗੇ ਉਹ ਚੱਕ ਕੇ ਲਿਆਉਂਦੇ ਹੁੰਦੇ ਸੀ ਡੋਲੀ। ਜਾਂ ਡੋਲੀ ਕਹਿ ਲਓ ਜਾਂ ਗੱਡਾ ਕਹਿ ਲਓ ਹੁਣ, ਜਾਂ ਕੋਈ ਰੱਥ ਕਹਿ ਲਓ। ਤਾਂ ਮੂਹਰੇ ਘੋੜੇ ਦੇ ਉੱਤੇ ਉਹ ਸਰਵਾਲਾ ਅਤੇ ਉਹ ਘੋੜੀ ਦੇ ਉੱਤੇ, ਫਿਰ ਉਸ ਤੋਂ ਬਾਅਦ ਉਹਨਾਂ ਦਾ ਰੱਥ ਕਹਿ ਲਓ, ਡੋਲੀ ਕਹਿ ਲਓ, ਫਿਰ ਉਸ ਤੋਂ ਬਾਅਦ ਬਰਾਤ। ਇਸ ਤਰ੍ਹਾਂ ਕਰਕੇ ਜਾਇਆ ਜਾਂਦਾ ਸੀ। ਤਾਂ ਫਿਰ ਹਮੇਸ਼ਾ ਹੀ ਡਰ ਲੱਗਿਆ ਰਹਿੰਦਾ ਸੀਗਾ ਕਿਉਂਕਿ ਲਾੜੀ ਜਿਹੜੀ ਹੈਗੀ ਆ ਉਹਦੇ ਵੀ ਬਹੁਤ ਜ਼ਿਆਦਾ ਗਹਿਣੇ ਪਾਏ ਹੁੰਦੇ ਆ, ਸਜੀ ਹੁੰਦੀ ਆ ਬਹੁਤ ਜ਼ਿਆਦਾ। ਉਹ ਜਿਹੜੇ ਲੁਟੇਰਿਆਂ ਦਾ ਲੁੱਟਣਾ ਕਈ ਵਾਰੀ ਗਹਿਣਿਆਂ ਦੇ ਲਈ ਵੀ ਹੁੰਦਾ ਸੀਗਾ, ਜ਼ਰੂਰੀ ਨਹੀਂ ਕਿ ਉਹ ਮਤਲਬ ਕਿ ਉਧਾਲਣਾ ਹੁੰਦਾ ਸੀ, ਹੈ ਨਾ। ਤਾਂ ਇਸ ਤਰੀਕੇ ਦੇ ਨਾਲ ਸਰਬਾਲਾ ਜਿਹੜਾ ਸੀਗਾ ਉਹ ਇੱਕ ਤਰ੍ਹਾਂ ਦਾ ਲਾੜੇ ਦਾ ਨਜ਼ਦੀਕੀ ਸਾਥੀ ਹੁੰਦਾ ਸੀ। ਕਿਸੇ ਵਕਤ ਰੱਬ ਨਾ ਕਰੇ ਕੋਈ ਇਹੋ ਜਿਹਾ ਉਧਾਲਣ ਹੋ ਜਾਂਦਾ, ਇਹੋ ਜਿਹਾ ਕੋਈ ਦੰਗਾ ਹੋ ਜਾਂਦਾ ਜਿਸ ਦੇ ਵਿੱਚ ਲਾੜਾ ਫੌਤ ਹੋ ਜਾਂਦਾ, ਮਰ ਜਾਂਦਾ। ਤਾਂ ਉਦੋਂ ਫਿਰ ਕੀ ਕੀਤਾ ਜਾਂਦਾ ਸੀ, ਤਾਂ ਜਿਹੜਾ ਸਰਵਾਲਾ ਸੀ ਨਾ ਉਹ ਫਿਰ ਅੱਗੇ ਲੈ ਕੇ ਆਉਂਦਾ ਸੀਗਾ ਉਸ ਨੂੰ, ਇੱਕ ਤਰ੍ਹਾਂ ਦੀ ਆਪਣੀ ਘਰ ਵਾਲੀ ਬਣਾਉਣ ਦੇ ਲਈ ਉਸ ਲਾੜੀ ਨੂੰ ਸਰਵਾਲਾ ਜਿਹੜਾ ਲੈ ਕੇ ਘਰੇ ਪਹੁੰਚਦਾ ਹੁੰਦਾ ਸੀ। ਸੋ ਇੱਦਾਂ ਦੀਆਂ ਚੀਜ਼ਾਂ ਕਿਉਂਕਿ ਪਹਿਲਾਂ ਹੀ ਸੋਚ ਕੇ ਚੱਲਦੇ ਹਾਂ ਅਸੀਂ ਕਿ ਇਹ ਚੀਜ਼ਾਂ ਵਾਪਰਦੀਆਂ ਹੈਗੀਆਂ। ਕਈ ਨਾ ਮੈਂ ਵਿਆਹ ਦੇਖਿਆ, ਖਾਸ ਕਰ ਮੇਰੇ ਹਿੰਦੂ ਵੀਰਾਂ ਦੇ ਵਿਆਹਾਂ ਦੇ ਵਿੱਚ। ਮੈਂ ਇੱਕ ਥਾਂ ਮਤਲਬ ਬਰਾਤ ਨਾ ਵਿਆਹ ਮਤਲਬ ਕੀਤਾ, ਉਸ ਦੇ ਵਿੱਚ ਨਾ ਜਿਹੜਾ ਲੜਕੀ ਦਾ ਪਿਓ ਸੀਗਾ ਨਾ ਉਸ ਨੇ ਨਾ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਦਾ ਵਰਤ ਕਹਿ ਲਓ, ਵਰਤ ਰੱਖਿਆ ਹੋਇਆ ਸੀ, ਜਾਂ ਇਹ ਕਹਿ ਲਓ ਕਿ ਉਹਨੂੰ ਉਸ ਖਾਣ ਨੂੰ ਦਿਲ ਨਹੀਂ ਸੀ ਕਰਦਾ। ਅਤੇ ਅਸੀਂ ਉਹਨਾਂ ਨੂੰ ਕਿਹਾ ਸੀ ਕਿ ਅਤੇ ਉਹਨਾਂ ਦਾ ਜਿਹੜਾ ਸੀਗਾ ਨਾ ਲੜਕੀ ਦਾ ਭਰਾ ਜਿਹੜਾ ਸੀਗਾ ਉਹ ਮੇਰਾ ਖਾਸ ਦੋਸਤ ਸੀ। ਉਸਨੇ ਕਿਹਾ ਕਿ ਯਾਰ ਮੇਰੇ ਪਾਪਾ ਜੀ ਨੇ ਨਾ ਸੁਬਾਹ ਦਾ ਕੁਛ ਖਾਧਾ ਨਹੀਂ, ਕਹਿੰਦੇ ਵੀ ਡੋਲੀ ਤੋਰ ਕੇ ਫੇਰ ਖਾਣਾ।
ਤਾਂ ਉਹ ਡੋਲੀ ਤੋੜ ਕੇ ਫੇਰ ਖਾਣਾ ਇਹ ਨਹੀਂ ਹੈਗਾ ਕੋਈ ਵੀ ਇਸ ਦੇ ਵਿੱਚ ਮਤਲਬ ਕੋਈ ਬਹੁਤ ਡੂੰਘਾਈ ਵਾਲੀ ਚੀਜ਼ ਹੈ। ਬਸ ਇਹੀ ਹੁੰਦਾ ਸੀਗਾ ਕਿ ਹੇ ਰੱਬ ਸੱਚਾ, ਦੁਆਵਾਂ ਕਰਦੇ ਹੁੰਦੇ ਸੀਗੇ ਕਿ ਸਾਡਾ ਇਹ ਹੈ ਨਾ ਜਿਹੜਾ ਸਾਡਾ ਇਹ ਅੱਜ ਦਾ ਜਿਹੜਾ ਵਿਹਾਰ ਹੈਗਾ, ਅੱਜ ਦਾ ਜਿਹੜਾ ਵਿਆਹ ਹੈਗਾ, ਇਹ ਸੰਪੂਰਨ ਹੋ ਜੇ, ਸੁੱਖ ਸ਼ਾਂਤੀ ਨਾਲ ਸੰਪੂਰਨ ਹੋ ਜੇ, ਫਿਰ ਜਾ ਕੇ ਮੈਂ ਆਪਦਾ ਰੋਟੀ ਖਾਊਂਗਾ, ਫਿਰ ਰਿਲੈਕਸ ਹੋਊਂਗਾ। ਫਿਰ ਇੱਦਾਂ ਦੀ ਗੱਲਾਂ ਵੀ ਮਤਲਬ ਇਸੇ ਕਰਕੇ ਉਹ ਹੁਣ ਵੈਸੀ ਪ੍ਰਚਲਿਤ ਹੋ ਗਈਆਂ, ਪਰ ਉਹਦੇ ਪਿੱਛੇ ਕਾਰਨ ਇਹੀ ਹੁੰਦਾ ਸੀਗਾ ਕਿ ਕੁੜੀ ਤੋਰੀ ਹੈ, ਉਹ ਠੀਕ ਟਿਕਾਣੇ ਸਿਰ ਪਹੁੰਚ ਜੇ, ਅਤੇ ਕੁੜੀ ਦਾ ਅੱਜ ਵਿਆਹ ਹੈਗਾ, ਠੀਕ ਤਰੀਕੇ ਦੇ ਨਾਲ ਹੋ ਜੇ। ਇਹੋ ਜਿਹੀਆਂ ਗੱਲਾਂ ਤਾਂ ਦੁੱਖ ਦੇ ਵਿੱਚ ਫਿਰ ਰੱਬ ਯਾਦ ਆਉਂਦਾ, ਰੱਬ ਨੂੰ ਫਿਰ ਯਾਦ ਕਰਦੇ ਆ ਸਾਰੇ ਜਣੇ। ਚਲੋ ਖੈਰ, ਤਾਂ ਇਸ ਅੱਜ ਕੱਲ੍ਹ ਜਿਹੜਾ ਹੈਗਾ, ਹੁਣ ਮੈਂ ਥੋੜ੍ਹਾ ਜਿਹਾ ਅੱਜ ਬਾਰੇ ਦੱਸਦਾ। ਅੱਜ ਕੱਲ੍ਹ ਦੇਖੋ, ਨਾ ਤਾਂ ਕੋਈ ਘੋੜੀ 'ਤੇ ਚੜ੍ਹਦਾ, ਅਤੇ ਬੱਸਾਂ ਕਾਰਾਂ ਆਲੀਸ਼ਾਨ। ਹੁਣੇ ਜੇ ਰਿਵਾਜ਼ ਜਿਹਾ ਚੱਲ ਪਿਆ, ਕਹਿੰਦੇ ਆ ਕਿ ਜਿਹੜੇ ਬਰਾਤ ਜਦੋਂ ਲੈ ਕੇ ਆਉਂਦਾ ਨਾ, ਲਾੜਾ ਘੋੜੀ ਦੀ ਥਾਂ ਦੇ ਉੱਤੇ ਇੱਕ ਵਿੰਟੇਜ ਕਾਰ, ਜਿਹੜੀ ਪੁਰਾਣੀ ਕਲਾਸੀਕਲ ਕਾਰ ਜਿਹੜੀ ਹੁੰਦੀ ਆ, ਉਹਦੇ 'ਚ ਬਿਠਾ ਕੇ ਆਪਦੀ ਘਰ ਵਾਲੀ ਨੂੰ, ਲਾੜੀ ਨੂੰ ਬਿਠਾ ਕੇ ਉਹ ਇਕੱਲਾ ਹੀ ਨਿਕਲਦਾ। ਬਰਾਤ ਜਦੋਂ ਮਰਜ਼ੀ ਆਉਂਦੀ ਹੋਵੇ ਤਾਂ ਇਕੱਲਾ ਪਹੁੰਚ ਜਾਂਦਾ, ਕਿਉਂਕਿ ਕੌਨਫੀਡੈਂਸ ਇੰਨਾ ਹੈਗਾ ਵੀ ਇੱਦਾਂ ਦੀਆਂ ਗੱਲਾਂ ਹੁਣ ਅੱਜ ਕੱਲ੍ਹ ਹੁੰਦੀਆਂ ਨਹੀਂ ਗੀਆਂ। ਤਾਂ ਇਸ ਦੇ ਵਿੱਚ ਫਿਰ ਜਿਹੜਾ ਆਪਾਂ ਫਿਰ ਕਰਾਂਗੇ ਕਿ ਬਾਅਦ ਦੇ ਵਿੱਚ ਲਾੜਾ ਲਾੜੀ ਨੂੰ ਕਿਵੇਂ ਰਿਸੀਵ ਕੀਤਾ ਜਾਂਦਾ। ਤਾਂ ਇਸ ਤਰੀਕੇ ਦੇ ਨਾਲ ਬਰਾਤ ਦਾ ਜਿਹੜਾ ਆਉਣ ਅਤੇ ਜਾਣ ਬਣਿਆ ਹੁੰਦਾ। ਅਤੇ ਅੱਜ ਕੱਲ੍ਹ ਦੇ ਮੁਤਾਬਕ ਕਾਰਾਂ ਬੱਸਾਂ ਹੈਗੀਆਂ, ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਹੈਗਾ, ਅਤੇ ਇਸ ਦੇ ਵਿੱਚ ਨਾ ਕੋਈ ਕਿਸੇ ਕਿਸਮ ਦਾ ਕੋਈ ਇਹ ਨਹੀਂ ਮਤਲਬ ਕਿ ਤਵੱਕੋ ਨਹੀਂ ਹੁੰਦੀ ਇਸ ਚੀਜ਼ ਦੀ ਕਿ ਕੁਛ ਮਾੜਾ ਵਾਪਰੂਗਾ। ਪਰਮਾਤਮਾ ਆਪ ਹੀ ਸਹਾਈ ਹੋ ਜਾਂਦਾ ਹੈ, ਟੈਕਨੋਲੋਜੀ ਹੈ, ਸਾਇੰਸ ਹੈਗੀ ਹੈ, ਜਲਦੀ ਬਰਾਤਾਂ ਪਹੁੰਚ ਜਾਂਦੀਆਂ, ਸੜਕਾਂ ਦੇ ਉੱਤੇ ਹੁੰਦੀਆਂ, ਸੜਕਾਂ ਜਾਂਦੀਆਂ, ਕੋਈ ਬੀਆਬਾਨ ਕੋਈ ਇਹੋ ਜਿਹਾ ਰਸਤਾ ਹੈ ਨਹੀਂ ਕਿ ਜਿੱਥੇ ਕੋਈ ਨਹੀਂ ਤੁਹਾਨੂੰ ਮਿਲਦਾ। ਤਾਂ ਇਹ ਚੀਜ਼ਾਂ ਦਾ ਅੱਜ ਕੱਲ੍ਹ ਫਾਇਦਾ। ਵਿਆਹ ਤੋਂ ਪਹਿਲਾਂ ਨਾ, ਜਦੋਂ ਵਿਆਹ ਤੋਂ ਪਹਿਲਾਂ ਨਹੀਂ, ਜੰਨ ਤੋਂ ਪਹਿਲਾਂ ਜਦੋਂ ਵਿਆਹ ਹੁੰਦਾ ਹੈਗਾ ਲਾੜੇ ਦਾ, ਤਾਂ ਇੱਕ ਨਾ ਛੋਟੀ ਜਿਹੀ ਰਸਮ ਹੈ, ਉਹ ਮੈਂ ਤੁਹਾਨੂੰ ਦੱਸਦਾ। ਉਹਨਾਂ ਨੇ ਸ਼ੀਸ਼ਾ ਵਿਖਾਉਣ ਦੀ ਰਸਮ ਹੁੰਦੀ ਹੈ। ਉਹ ਖਾਸ ਤੌਰ ਉੱਤੇ, ਆਮ ਤੌਰ ਉੱਤੇ ਜਿਹੜੇ ਆਪਣੇ ਹੁੰਦੇ ਨਾ ਪਿੰਡਾਂ ਦੇ ਵਿੱਚ, ਜਿਹੜੇ ਨਾਈ ਕਹਿ ਲਓ ਜਾਂ ਨੈਣ ਕਹਿ ਲਓ, ਹੈ ਨਾ, ਉਹਦੇ ਘਰ ਵਾਲੀ, ਇਹ ਸਾਰੇ ਬਹੁਤ ਕੰਮ ਸੰਭਾਲਦੇ ਹੁੰਦੇ ਸੀਗੇ। ਨਾਂ ਇਹਨਾਂ ਦਾ ਇੱਦਾਂ ਹੀ ਦਿੱਤਾ ਹੋਇਆ ਹੈਗਾ, ਸਾਰੀ ਮਤਲਬ ਥਾਵਾਂ 'ਤੇ ਇਸ ਤਰ੍ਹਾਂ ਹੀ ਵਰਤਿਆ ਜਾਂਦਾ। ਜੇ ਮੈਂ ਇਹ ਨਾ ਕਵਾਂ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਮੈਂ ਕੀ ਕਹਿ ਰਿਹਾ। ਤਾਂ ਉਹਨਾਂ ਦੇ ਕੋਲ ਨਾ ਸ਼ੀਸ਼ੇ ਹੁੰਦੇ ਸੀ। ਵੈਸੇ ਸ਼ੀਸ਼ੇ ਆਮ ਨਹੀਂ ਸੀ ਹੁੰਦੇ ਪੁਰਾਣੇ ਸਮੇਂ ਦੇ ਵਿੱਚ, ਕੋਈ ਅਮੀਰ ਬੰਦਾ ਸ਼ੀਸ਼ਾ ਰੱਖਦਾ ਹੁੰਦਾ ਸੀ, ਲੇਕਿਨ ਇਹ ਲੋਕ ਕਿਉਂਕਿ ਹਜਾਮਤ ਕਰਦੇ ਹੁੰਦੇ ਸੀਗੇ ਤਾਂ ਸ਼ੀਸ਼ਾ ਦਿਖਾ ਦਿੰਦੇ ਸੀਗੇ, ਤਾਂ ਪੈਸੇ ਬਣਦੇ ਹੁੰਦੇ ਸੀ, ਕਿੱਤਾ ਸੀ ਇਹਨਾਂ ਦਾ, ਹੈ ਨਾ। ਤਾਂ ਇਹ ਲੋਕ ਸ਼ੀਸ਼ਾ ਰੱਖਦੇ ਹੁੰਦੇ ਸੀ। ਤਾਂ ਉਦੋਂ ਫਿਰ ਨਾ ਇਹ ਜਦੋਂ ਲਾੜਾ ਤਿਆਰ ਹੋ ਜਾਂਦਾ ਤਾਂ ਉਹਨੂੰ ਸ਼ੀਸ਼ਾ ਦਿਖਾਉਂਦੇ ਵੀ ਤੂੰ ਦੇਖ ਕਿੱਡਾ ਸੋਹਣਾ ਮਤਲਬ ਤੂੰ ਲੱਗਦਾ ਹੈ ਨਾ। ਉਹਦਾ ਕੌਨਫੀਡੈਂਸ ਵਧਾਉਂਦੇ ਕਿ ਮਤਲਬ ਕਿ ਵੀ ਤੂੰ ਚੱਲਿਆ, ਯੂ ਆਰ ਰੈਡੀ ਟੂ ਗੋ, ਮਤਲਬ ਤਿਆਰ ਹੈ ਤੂੰ ਇਸ ਟਾਈਮ, ਹੈ ਨਾ। ਤਾਂ ਉਹ ਸ਼ੀਸ਼ਾ ਦਿਖਾ ਕੇ ਫਿਰ ਉਹ ਜਿਹੜਾ ਲਾੜਾ ਸੀ ਨਾ, ਉਹ ਕੋਈ ਸ਼ਗਨ ਵਗੈਰਾ ਵੀ ਦਿੰਦਾ ਹੁੰਦਾ ਸੀਗਾ। ਅਤੇ ਇਹ ਇੱਕ ਛੋਟੀ ਜਿਹੀ ਰਸਮ ਹੁੰਦੀ ਸੀਗੀ, ਸ਼ੀਸ਼ਾ ਵਿਖਾਉਣਾ ਜਾਂ ਸ਼ੀਸ਼ਾ ਵਿਖਾਈ, ਕੋਈ ਇੱਦਾਂ ਵੀ ਕਹਿ ਦਿੰਦਾ। ਅੱਛਾ, ਇੱਕ ਹੋਰ ਮੈਂ ਤੁਹਾਨੂੰ ਦੱਸਾਂ। ਹੁਣ ਮੈਂ ਤੁਹਾਨੂੰ ਬਰਾਤ ਮਤਲਬ ਕਿ ਜਾਣ ਲਈ ਤਿਆਰੀ ਹੋ ਰਹੀ ਆ, ਉਸ ਦੇ ਵਿੱਚ ਹੀ ਸਿਹਰਾ ਪੜ੍ਹਨਾ ਹੁੰਦਾ। ਸਿਹਰਾ ਪੜ੍ਹਨਾ ਜਾਂ ਸਿਹਰਾ ਗਾਉਣਾ, ਇਹ ਇੱਕ ਰਸਮ ਹੁੰਦੀ ਹੈਗੀ ਹੈ। ਇਹ ਜਦੋਂ ਸਿਹਰਾ ਤਾਂ ਤੁਹਾਨੂੰ ਪਤਾ ਨਾ, ਜਦੋਂ ਮਤਲਬ ਲਾੜਾ ਜਦੋਂ ਜੰਨ ਚੜ੍ਹਦਾ ਉਸ ਤੋਂ ਪਹਿਲਾਂ ਅਸੀਂ ਉਹਦੇ ਸਿਹਰਾ ਬੰਨੀ ਕਰਦੇ ਹਾਂ। ਅਤੇ ਉਹ ਸਿਹਰਾ ਜਿਹੜਾ ਬੰਨਣਾ ਹੁੰਦਾ ਨਾ, ਉਹ ਇੱਕ ਛੋਟੀਆਂ ਲੜੀਆਂ ਜਿਹੀਆਂ ਲੰਮਕਦੀਆਂ ਹੁੰਦੀਆਂ, ਹੈ ਨਾ, ਸੁਨਹਿਰੀ ਜਿਹੇ ਮਤਲਬ ਕਿ ਸੁਨਹਿਰੀ ਜਿਹੇ ਵਾਲ ਹੁੰਦੇ ਆ, ਸਮਝ ਲਓ, ਵਾਲਾਂ ਥੋੜ੍ਹੇ ਮੋਟੀਆਂ ਹੁੰਦੀਆਂ ਲੜੀਆਂ, ਉਹ ਸਿਹਰਾ ਬਣਦੇ ਆ ਇਸ ਤਰ੍ਹਾਂ ਕਰਕੇ। ਅਤੇ ਆਮ ਤੌਰ ਉੱਤੇ ਇਹ ਸਾਰੇ ਜਿਹੜੇ ਰਿਵਾਜ਼ ਆ, ਕਿਉਂਕਿ ਤੁਹਾਨੂੰ ਪਤਾ ਹੈਗਾ ਵੀ ਸਭ ਤੋਂ ਪੁਰਾਣੇ ਜਿਹੜੇ ਧਰਮ ਸੀ ਉਹ ਹਿੰਦੂ ਅਤੇ ਮੁਸਲਮਾਨ ਹੀ ਸੀਗੇ। ਤਾਂ ਜਿਹੜੇ ਸਿੱਖ ਬਣਿਆਂ ਨੂੰ ਤਾਂ ਅਜੇ 550 ਸਾਲ ਹੋਏ ਹੈਗੇ ਆ ਕਹਿ ਲਓ। ਅਤੇ ਜਾਣੀ ਐਂ ਵੀ ਕਹਿ ਲਓ ਸਿੱਖ ਬਣੇ ਨੂੰ ਤਾਂ 300 ਸਾਲ ਹੋਇਆ, ਪਰ ਸਾਡੇ ਸਿੱਖ ਗੁਰੂ ਹੈ ਜਿਹੜੇ ਉਹ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਆ ਗਏ ਸੀਗੇ। ਤਾਂ ਇਹ ਜਿਹੜੇ ਰਿਵਾਜ਼ ਹੈਗੇ ਆ ਸਾਨੂੰ ਉੱਥੋਂ ਹੀ ਮਿਲੇ ਹੋਏ ਆ, ਕਿਉਂਕਿ ਉਹਨਾਂ ਦੇ ਵਿੱਚੋਂ ਹੀ ਜਿਹੜਾ ਇਹ ਸਿੱਖ ਫਿਰਕਾ ਜਿਹੜਾ ਹੈਗਾ ਨਾ, ਇਹ ਵੀ ਉਹਨਾਂ ਦੇ ਵਿੱਚੋਂ ਹੀ ਆਇਆ। ਹੁਣ ਤਾਂ ਮਾਸ਼ਾਅੱਲਾ, ਹੁਣ ਤਾਂ ਸਭ ਲਹਿਰਾਂ ਬਹਿਰਾਂ ਲੱਗੀਆਂ ਹੋਈਆਂ ਨੇ, ਬਿਲਕੁਲ ਸੈਪਰੇਟ ਹੀ ਹੈਗਾ ਸਭ ਕੁਛ ਹੀ, ਪੂਰਾ ਮਤਲਬ ਕਿ ਮਾਨਤਾ ਪ੍ਰਾਪਤ ਧਰਮ ਹੈ ਜਿਹੜਾ ਸਿੱਖ ਧਰਮ ਹੈ। ਲੇਕਿਨ ਮੈਂ ਧਰਮ ਦੇ ਬਾਰੇ ਨਹੀਂ ਕੁਛ ਗੱਲ ਕਰ ਰਿਹਾ, ਮੈਂ ਇੱਕ ਸਾਂਝੇ ਜਿਹੜੇ ਆਪਣੇ ਰਿਵਾਜ਼ ਹੈ ਉਹਨਾਂ ਦੀ ਗੱਲ ਕਰ ਰਿਹਾ। ਤਾਂ ਉਹ ਤੋਂ ਇੱਕ ਸਿਹਰਾ ਬੰਨ੍ਹਿਆ ਜਾਂਦਾ ਹੁੰਦਾ ਸੀਗਾ। ਤਾਂ ਸਿਹਰਾ ਬੰਨ੍ਹਦੇ ਸਮੇਂ ਕੋਈ ਬੰਦਾ ਘਰ ਦਾ ਜਾਂ ਬਾਹਰੋਂ ਵੀ ਕਦੇ ਉਹ ਸਿਹਰਾ
ਪੜ੍ਹਦਾ ਹੁੰਦਾ ਸੀ। ਤਾਂ ਸਿਹਰਾ ਪੜ੍ਹਨ ਤੋਂ ਮਤਲਬ ਹੈਗਾ ਕਿ ਇੱਕ ਕਵਿਤਾ ਨੁਮਾ ਇੱਕ ਚੀਜ਼ ਬਣਾਈ ਜਾਂਦੀ ਸੀ, ਜਿਵੇਂ ਕਿਸੇ ਤਰਜ਼ ਦੇ ਉੱਤੇ ਤਰੰਨਮ ਦੇ ਵਿੱਚ ਉਹ ਕੋਈ ਭਾਈ ਲੜਕਾ ਮਤਲਬ ਕਿ ਉਹ ਪੜ੍ਹਦਾ ਹੁੰਦਾ ਸੀਗਾ ਸਿਹਰਾ। ਤਾਂ ਉਸ ਦੇ ਵਿੱਚ ਕੀ ਹੁੰਦਾ ਸੀ, ਦਾਦੇ ਦਾਦੀ ਮਤਲਬ ਲੜਕੇ ਦੇ ਨਾਨਾ ਨਾਨੀ ਵਾਲੇ ਪਾਸੇ ਸਾਰੇ ਮਾਮਾ ਮਾਮੀ, ਜਿਹਨੂੰ ਮਾਸੀ ਮਾਸੜ, ਦਾਦਾ ਨਾਨਾ ਨਾਨੀ, ਇੱਧਰੋਂ ਦਾਦੇ ਵਾਲੇ ਪਾਸੇ ਦਾਦਾ ਦਾਦੀ, ਮਾਂ ਪਿਓ ਆਪਣੇ ਆ ਗਏ, ਫਿਰ ਚਾਚਾ ਚਾਚੀ ਆ ਗਏ, ਫਿਰ ਤਾਇਆ ਤਾਈ ਆ ਗਏ, ਫਿਰ ਹੋਰ ਜਾਣੀ ਜਿੰਨੇ ਵੀ ਸੀ, ਉਸ ਤੋਂ ਅੱਗੇ ਵੀ ਜੀਜਾ ਤੇ ਭੈਣ ਦਾ ਜਾਂ ਕੋਈ ਹੋਰ ਇੱਧਰਲੇ ਪਾਸਿਓਂ ਭੂਆ ਫੁੱਫੜ ਦਾ, ਹੋਰ ਸਾਰੇ ਮਤਲਬ ਇਹ ਸਾਰੇ ਨਾ ਵਿੱਚ ਨਾ ਆਉਂਦੇ ਸੀ। ਇੱਕ ਤਰੀਕੇ ਨਾਲ ਨਾ ਕਵਿਤਾ ਦੇ ਵਿੱਚ ਅਸ਼ੀਰਵਾਦ ਦਿੱਤਾ ਜਾਂਦਾ ਸੀ, ਅਸ਼ੀਰਵਾਦ ਦਿੱਤਾ ਜਾਂਦਾ ਸੀਗਾ ਲੜਕੇ ਨੂੰ ਵੀ ਬਈ ਤੂੰ ਚੱਲਿਆ ਵੀ ਇਹ ਦਾਦੇ ਵੱਲੋਂ ਭੂਆ ਵੱਲੋਂ ਤੈਨੂੰ ਅਸ਼ੀਰਵਾਦ ਹੈ। ਇਸ ਤਰ੍ਹਾਂ ਦੀ ਨਾ ਇੱਕ ਕਵਿਤਾ ਨੂੰ ਮੈਂ ਚੀਜ਼ ਬਣਾਈ ਜਾਂਦੀ। ਉਸ ਤੋਂ ਬਾਅਦ ਦੇ ਵਿੱਚ ਉਹਨੂੰ ਨਾ ਇੱਕ ਕੈਲੰਡਰ ਦੇ ਵਿੱਚ ਰੂਪ ਦੇ ਵਿੱਚ ਇੱਕ ਕੈਲੰਡਰ ਉੱਪਰ ਤੇ ਹੇਠਾਂ ਉਹ ਛਾਪ ਕੇ ਤੇ ਉਹ ਵੀ ਵੰਡ ਦਿੱਤੇ ਜਾਂਦੇ ਸੀ ਸਾਰਿਆਂ ਨੂੰ ਵੀ ਆਹ ਵੀ ਕਵਿਤਾ ਪੜ੍ਹੀ ਆ ਉੱਤੇ। ਜਾਂ ਜੇ ਨਹੀਂ ਕੈਲੰਡਰ ਬਣਾਉਣਾ ਤਾਂ ਬਹੁਤ ਸੋਹਣਾ ਮਤਲਬ ਬਣਾ ਕੇ ਨਾ ਸ਼ੀਸ਼ੇ ਵਿੱਚ ਜੜ ਕੇ ਉਹ ਭੇਂਟ ਕੀਤਾ ਜਾਂਦਾ ਸੀ ਘਰ ਵਾਲਿਆਂ ਨੂੰ। ਤੇ ਉਹਦੇ ਸਿਰਿਆਂ ਦੇ ਉੱਤੇ ਨਾ ਜਿਵੇਂ ਵਰਮਾਲਾ ਪਾਉਣ ਵਾਲਾ ਜਿਹੜਾ ਛੋਟਾ ਜਿਹਾ ਐਂਬਲਮ ਜਿਹਾ ਬਣਿਆ ਹੁੰਦਾ ਦੋਨੇ ਪਾਸੇ ਲਾ ਕੇ ਤੇ ਉੱਪਰ ਲਿਖ ਕੇ ਤੇ ਹੇਠਾਂ ਲਿਖਿਆ ਹੁੰਦਾ ਸੀ ਕਿ ਇਹਦੇ ਵੱਲੋਂ ਪੜ੍ਹਿਆ ਹੋਇਆ, ਪੂਰੀ ਕਵਿਤਾएं ਲਿਖ ਕੇ ਉਹ ਘਰਦਿਆਂ ਨੂੰ ਭੇਂਟ ਕੀਤੀ ਜਾਂਦੀ ਸੀ। ਪਰ ਹੌਲੀ ਹੌਲੀ ਇਹ ਇਸ ਲਈ ਤਾਂ ਸਿਹਰਾ ਪੜ੍ਹਨਾ ਸਿਹਰੇ ਬੰਨਣ ਦੇ ਵੇਲੇ ਹੀ ਪੜ੍ਹਨਾ ਹੁੰਦਾ, ਪਰ ਹੌਲੀ ਹੌਲੀ ਇਹ ਪਤਾ ਕਿਉਂ ਲੱਗਾ ਵੀ ਤਿਆਰ ਹੋਵੋ ਭਾਈ ਤਿਆਰ ਹੋਵੋ, ਜੰਨ ਚੜ੍ਹੋ ਵੀ ਜੰਨ ਚੜ੍ਹਦੀ। ਜਦੋਂ ਜਾ ਕੇ ਆਨੰਦ ਕਾਰਜ ਹੁੰਦੇ ਆ ਨਾ ਤਾਂ ਆਨੰਦ ਕਾਰਜ ਵੇਲੇ ਵੀ ਫਿਰ ਸਿਹਰਾ ਪੜ੍ਹਦੇ ਆ, ਜਾਂ ਦੋਨੇ ਵੇਲੇ ਪੜ੍ਹ ਦਿੰਦੇ ਆ ਜਾਂ ਉੱਥੇ ਇੱਕ ਵੇਲੇ ਪੜ੍ਹਦੇ ਆ। ਉਹਦਾ ਕਾਰਨ ਇਹ ਹੈ ਕਿ ਲੜਕੀ ਵਾਲਿਆਂ ਨੂੰ ਵੀ ਪਤਾ ਲੱਗ ਜੇ ਕਿ ਆਹ ਸਿਹਰਾ ਭਾਈ ਉੱਥੇ, ਕਿਉਂਕਿ ਆਮ ਤੌਰ ਉੱਤੇ ਜਿਹੜੇ ਹੈਗਾ ਵਿਆਹ ਹੈਗਾ ਉਹ ਲੜਕੀ ਵਾਲੇ ਪਾਸੇ ਜਿੱਥੇ ਜਾਂਦੀ ਹੈ ਨਾ, ਕਿਉਂਕਿ ਲੜਕੀ ਨੂੰ ਵਿਆਹੁਣ ਚੱਲਿਆ ਸੀ ਲਾੜੀ ਨੂੰ, ਤਾਂ ਉੱਥੇ ਹੀ ਮਤਲਬ ਆਨੰਦ ਕਾਰਜ ਹੁੰਦੇ ਆ। ਤਾਂ ਆਨੰਦ ਕਾਰਜ ਦੇ ਸਮੇਂ ਜਾਂ ਫੇਰਿਆਂ ਦੇ ਸਮੇਂ ਜਾਂ ਇੱਧਰ ਮੁਸਲਮਾਨ ਭਰਾਵਾਂ ਦੇ ਜਿਹੜਾ ਉੱਥੇ ਜਦੋਂ ਵਿਆਹ ਹੁੰਦਾ ਸ਼ਾਦੀ ਹੁੰਦੀ ਆ ਉਸ ਸਮੇਂ ਤਾਂ ਇਹ ਸਾਰਾ ਪੜ੍ਹਿਆ ਜਾਂਦਾ ਹੈ। ਤਾਂ ਇਹ ਸੀ ਸਿਹਰਾ ਪੜ੍ਹਨਾ। ਇਹ ਵੀ ਬਹੁਤ ਸੋਹਣੀ ਮਤਲਬ ਕਿ ਇੱਕ ਹੈਗੀ ਆ ਜਾਨੀ ਰਸਮ ਹੈਗੀ ਆ। ਅੱਜ ਤੋਂ 40-45 ਸਾਲ ਪਹਿਲਾਂ ਤਾਂ ਇਸ ਰਸਮ ਤੋਂ ਬਗੈਰ ਤਾਂ ਵਿਆਹ ਹੀ ਨਹੀਂ ਸੀ ਹੁੰਦਾ। ਹੁਣ ਮੈਂ ਕਦੇ ਦੇਖਿਆ ਨਹੀਂ, ਕਿਉਂਕਿ ਉਸ ਦੀ ਥਾਂ ਡੀਜੇ ਨੇ ਲੈ ਲਈ, ਇਹ ਗੀਤ ਸੰਗੀਤ ਲਾ ਦਿੰਦੇ ਆ ਹੈ ਨਾ, ਤੇ ਨਾਲੇ ਵਿਆਹ ਵੀ ਹੁਣ ਕੁਛ ਘੰਟਿਆਂ ਦੀ ਰਹਿ ਗਏ, ਲੜਕਾ ਤੇ ਲੜਕੀ ਦੇ ਮਾਂ ਪਿਓ ਇਕੱਠੇ ਹੋ ਜਾਂਦੇ ਆ ਉੱਥੇ ਵਿਆਹ ਕਰਕੇ ਤੇ ਆਪਦਾ ਨੱਚ ਟੱਪ ਕੇ ਤੇ ਆਪਦਾ ਇੰਜੋਏ ਕਰਕੇ ਤੇ ਆ ਜਾਂਦੇ ਆ ਵੀ ਹਾਂ ਵਿਆਹ ਹੋ ਗਿਆ। ਇੱਕ ਹੋਰ ਹੈਗਾ ਜਿਹੜਾ ਹੈਗਾ ਜਿਹਨੂੰ ਆਪਾਂ ਕਹਿ ਦਈਏ ਘੋੜੀ ਚੜ੍ਹਨਾ। ਉਹ ਵੀ ਘੋੜੀ ਚੜ੍ਹਨ ਦਾ, ਕਿਉਂਕਿ ਪਹਿਲਾਂ ਘੋੜੀ 'ਤੇ ਚੜ੍ਹ ਕੇ ਜਾਇਆ ਜਾਂਦਾ ਸੀ ਵਿਆਹ। ਘੋੜੀ 'ਤੇ ਚੜ੍ਹਨ ਦਾ ਵੀ ਆਪਣਾ ਇੱਕ ਰਿਵਾਜ ਹੈ, ਇੱਕ ਕਹਿ ਲਓ ਕਿ ਇੱਕ ਸ਼ਗਨ ਹੈ। ਜਦੋਂ ਬਰਾਤ ਜਾਂਦੀ ਆ ਉਦੋਂ ਘੋੜੀ ਦੇ ਉੱਤੇ ਲਾੜੇ ਨੂੰ ਬਿਠਾਇਆ ਜਾਂਦਾ ਹੈ ਨਾ ਜੀ, ਸ਼ਗਨਾਂ ਦੇ ਨਾਲ, ਤੇ ਜਿਹੜਾ ਸਰਵਾਲਾ ਉਹ ਪਿੱਛੇ ਬਹਿ ਜਾਂਦਾ ਹੈ। ਤੇ ਜਦੋਂ ਘੋੜੀ ਤਿਆਰ ਹੋ ਜਾਂਦੀ ਹੈ ਨਾ, ਘੋੜੀ ਤੁਹਾਨੂੰ ਪਤਾ ਘੋੜੀ ਇੱਕ ਇਹੋ ਜਿਹਾ ਜਾਨਵਰ ਹੈਗਾ ਜਿਹੜਾ ਕਿ ਕਹਿ ਲਓ ਕਿ ਬਹੁਤ ਹੀ ਰੁਤਬੇ ਵਾਲੀ ਮਤਲਬ ਕਿ ਪਰਿਵਾਰ ਹੁੰਦਾ ਜਿਸ ਦੇ ਘੋੜੀ ਰੱਖੀ ਹੋਵੇ, ਉਹਨਾਂ ਦੇ ਸ਼ੌਕ ਮਤਲਬ ਸ਼ਾਹੀ ਸ਼ੌਕ ਹੁੰਦੇ ਆ ਹੈ ਨਾ। ਵੈਸੇ ਇਹ ਜਾਨਵਰ ਜਿਹੜਾ ਹੈਗਾ ਤਾਂਗੇ ਜਾਂ ਬੱਗੀ ਦੇ ਚਲਾਉਣ ਦੇ ਵੀ ਕੰਮ ਆਉਂਦਾ ਹੈਗਾ ਘੋੜਾ। ਤੇ ਘੋੜੀ ਜਾਂ ਕੁਛ ਵੀ ਕਹਿ ਲਓ, ਇਹੀ ਜਿਹੜਾ ਹੈਗਾ ਨਾ ਇੱਕ ਬਹਾਦਰੀ ਦਾ ਵੀ ਪ੍ਰਤੀਕ ਹੈ। ਜਿਹੜਾ ਘੋੜੀ ਜਿਹੜਾ ਬਹਾਦਰੀ ਦਾ ਪ੍ਰਤੀਕ ਹੈ, ਯਾਨੀ ਕਿ ਵਿਆਹ ਦੇ ਸਮੇਂ ਜਿੰਨਾ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਬੰਦਾ ਵਰਤ ਸਕਦਾ ਉਹ ਵਰਤਦਾ। ਇੱਥੇ ਮੈਂ ਇੱਕ ਹੋਰ ਵੀ ਜ਼ਿਕਰ ਕਰਦਾ, ਜਿਹੜਾ ਕਿਰਪਾਨ ਰੱਖਣਾ ਨਾ, ਇਹ ਜ਼ਰੂਰੀ ਨਹੀਂ ਗਾ ਵੀ ਸਿਰਫ ਉਹ ਲੁਟੇਰਿਆਂ ਦੀ ਮਦਦ ਨਹੀਂ, ਇਹ ਵੀ ਬਹਾਦਰੀ ਦਾ ਪ੍ਰਤੀਕ ਹੈ। ਇੱਕ ਔਨਰ ਸਮਝਦੇ ਨਾ, ਇੱਕ ਰਿਸਪੈਕਟ ਇੱਜ਼ਤ ਉਹ ਦੇਣੀ ਤੇ ਲੈਣੀ, ਉਹਦਾ ਵੀ ਪ੍ਰਤੀਕ ਹੈਗਾ। ਤੁਸੀਂ ਇੱਕ ਮੈਨੂੰ ਉਦਾਹਰਨ ਯਾਦ ਆ ਰਹੀ ਹੈ ਵੀ ਸਾਡੇ ਨਾ ਇਹ ਕਲਚਰ ਹੈ, ਸਾਡੇ ਸੱਭਿਆਚਾਰ 'ਚ ਹੈ ਕਿ ਜੇ ਕਿਸੇ ਨੂੰ ਵੱਧ ਤੋਂ ਵੱਧ ਇੱਜ਼ਤ ਦੇਣੀ ਹੋਵੇ ਨਾ ਪੰਜਾਬ ਵਿੱਚ ਪੰਜਾਬੀਆਂ ਦੇ ਲਈ, ਤਾਂ ਉਹ ਨਾ ਇੱਕ ਕਿਰਪਾਨ ਨੂੰ ਬਹੁਤ ਸ਼ਿੰਗਾਰ ਕੇ ਤੇ ਉਹ ਉਹਨੂੰ ਭੇਂਟ ਕਰਦੇ ਆ। ਉਹਦੇ ਨਾਲ ਇਹ ਹੁੰਦਾ ਕਿ ਬਈ ਅਸੀਂ ਜਿਵੇਂ ਆਪਸ ਵਿੱਚ ਅਸੀਂ ਇੱਜ਼ਤ ਇੱਕ ਦੂਜੇ ਦੀ ਕਰਦੇ ਹਾਂ, ਇੱਕ ਦੂਜੇ ਦੀ ਰਖਵਾਲੀ ਕਰਦੇ ਹਾਂ, ਤੈਨੂੰ ਅਸੀਂ ਉਨੀ ਹੀ ਇੱਜ਼ਤ ਦਿੰਦੇ ਹਾਂ ਜਿੰਨਾ ਅਸੀਂ ਆਪਦਿਆਂ ਨੂੰ ਦਿੰਦੇ ਹਾਂ ਵੀ ਤੂੰ ਸਾਡੇ ਘਰੇ ਮਹਿਮਾਨ ਆਇਆ ਵਗੈਰਾ ਵਗੈਰਾ। ਤੁਸੀਂ ਸਾਰੇ ਜਾਣਦੇ ਹੋ ਅੱਜ ਕੱਲ੍ਹ ਤਾਂ। ਸੋ ਇਹ ਘੋੜੀ 'ਤੇ ਚੜ੍ਹਨ ਦਾ, ਫਿਰ ਜਦੋਂ ਘੋੜੀ 'ਤੇ ਚੜ੍ਹ ਜਾਂਦੇ ਨਾ, ਤਿਆਰ ਹੁੰਦੇ ਆ ਬਰਾਤ ਜਾਣ ਲੱਗੇ, ਤਾਂ ਆਹ ਮੈਂ ਜ਼ਿਕਰ ਕਰਨਾ ਸੀ ਇੱਥੇ। ਫਿਰ ਭੈਣਾਂ ਆ ਕੇ ਨਾ ਉਹ ਵਾਗ ਫੜਦੀਆਂ, ਉਹਨੂੰ ਵਾਗ ਗੁੰਦਣਾ ਕਹਿੰਦੇ ਆ। ਵਾਗਾਂ ਨੂੰ ਗੁੰਦਣਾ ਨਹੀਂ ਐਂ ਕਰਕੇ, ਗੁੰਦਣਾ ਤਾਂ ਵੈਸੇ ਗੁੱਤ ਗੁੰਦਣੀ ਹੁੰਦੀ ਹੈ ਨਾ, ਉਵੇਂ ਨਹੀਂ ਕਿ ਗੁੰਦਣ, ਲੇਕਿਨ ਉਹ ਵਾਗਾਂ ਫੜ ਲੈਂਦੀਆਂ
ਤੇ ਉਹ ਗੀਤ ਵੀ ਨਾਲ ਗਾਉਂਦੀਆਂ, ਵੀਰ ਮੇਰਾ ਘੋੜੀ ਚੜਿਆ, ਇਦਾਂ ਕਰਕੇ ਗੀਤ, ਜਾਂ ਕਹਿ ਲਓ ਆਪਣਾ ਵਿਆਹ ਦੇ ਜਿਹੜੇ ਹੁੰਦੇ ਆ ਰੀਤੀ ਰਿਵਾਜਾਂ ਦੇ ਮੁਤਾਬਕ ਉਹ ਘੋੜੀ ਗਾਉਂਦੀਆਂ। ਉਹਨੂੰ ਜਿਹੜਾ ਗਾਉਣਾ ਹੈ ਨਾ, ਉਹਨੂੰ ਵੀ ਘੋੜੀ ਹੀ ਕਹਿੰਦੇ ਆ ਕਿ ਭਾਈ ਘੋੜੀ ਗਾਉਣੀ, ਚੜਿਆ ਵੀਰਾ ਘੋੜੀ ਵੇ, ਹੈ ਨਾ। ਤਾਂ ਉਹ ਫਿਰ ਵਾਗਾਂ ਆ ਕੇ ਫੜਦੀਆਂ, ਤੇ ਫਿਰ ਉਹ ਜਿਹੜਾ ਵਾਗ ਛਡਾਉਂਦਾ, ਉਹ ਮਤਲਬ ਕਿ ਉਹ ਛਡਾਉਣੇ ਤੋਂ ਭਾਵ ਇਹ ਹੈ ਕਿ ਵੀਰ ਹੈ ਨਾ ਜਿਹੜਾ, ਉਹ ਭੈਣਾਂ ਨੂੰ ਪੈਸੇ ਦਿੰਦਾ ਕਿ ਛੱਡੋ ਬਈ ਮੈਂ ਵਿਆਹੁਣ ਚੱਲਿਆ, ਹੁਣ ਮੈਨੂੰ ਲੇਟ ਨਾ ਕਰੋ। ਜਾਨੀ ਇੱਕ ਤਰ੍ਹਾਂ ਦਾ ਇਹ ਨਾ ਰਸਮ ਇੱਦਾਂ ਦੀ ਹੈਗੀ ਹੈ ਵੀ ਆਪਸ ਵਿੱਚ ਨਾ, ਜਾਨੀ ਭੈਣ ਭਰਾ ਦਾ ਆਪਸ ਵਿੱਚ ਪਿਆਰ ਹੈ ਕਿ ਉਹ ਮਤਲਬ ਨਖਰੇ ਨਾਲ ਉਹਨੂੰ ਤੋਰਦੀ ਹੈ ਆਪਦੇ ਭਰਾ ਨੂੰ ਕਿ ਜਾ ਬਈ ਤੂੰ ਮੇਰੀ ਭਰਜਾਈ ਨੂੰ ਲੈ ਕੇ ਆ, ਤਾਂ ਉਹ ਫਿਰ ਸਗਨਾਂ ਨਾਲ ਤੋਰਦੀ ਹੈ। ਤੇ ਫਿਰ ਉਹ ਇੱਕ ਹੋਰ ਵੀ ਹੈ, ਘੋੜੀ ਨੂੰ ਫਿਰ ਉਹ ਮਤਲਬ ਕਿ ਉਸ ਨੂੰ ਘਾਹ ਖਵਾਉਂਦੀ ਹੈ, ਉਸ ਨੂੰ ਛੋਲੇ ਖਵਾਉਂਦੀ ਹੈ, ਉਸ ਨੂੰ ਇੱਕ ਬਣਿਆ ਹੋਇਆ ਨਾ ਜਿਵੇਂ ਗਤਾਵਾ ਟਾਈਪ ਹੁੰਦਾ, ਉਹ ਚੀਜ਼ ਬਣੀ ਹੁੰਦੀ ਹੈ, ਉਹ ਛੋਲਿਆਂ ਦੇ ਵਿੱਚ ਪਾ ਕੇ ਉਹ ਉਹਨੂੰ ਖਵਾਉਂਦੀ ਵੀ ਹੈ ਕਿ ਭਾਈ ਮੇਰੇ ਵੀਰ ਦੀ ਤੂੰ ਰਾਖੀ ਕਰਨੀ ਹੈ। ਇਸ ਤਰੀਕੇ ਦੇ ਸ਼ਗਨ ਕਰਕੇ ਮਤਲਬ ਕਿ ਸ਼ੁਭ ਇਛਾਵਾਂ ਦੇ ਨਾਲ ਉਹ ਜਿਹੜੀ ਬਰਾਤ ਤੋਰੀ ਜਾਂਦੀ ਹੁੰਦੀ ਹੈ। ਸੋ ਇਹ ਕੁਛ ਮੈਂ ਰਲੀ ਮਿਲੀ ਜਿਵੇਂ ਜਿਵੇਂ ਮੈਨੂੰ ਗੱਲਾਂ ਯਾਦ ਆਈਆਂ ਤਾਂ ਉਹ ਮੈਂ ਤੁਹਾਨੂੰ ਦੱਸਿਆ। ਹੁਣ ਫਿਰ ਆਪਾਂ ਅਗਲੇ ਟਾਈਮ ਦੇ ਵਿੱਚ ਸਿਰਫ ਉਨੀ ਹੀ ਗੱਲ ਕਰਾਂਗੇ ਦੁਬਾਰਾ ਫਿਰ ਕਿ ਤੁਰਨ ਤੋਂ ਪਹਿਲਾਂ ਜਿਹੜੇ 4 ਹੋਰ ਸ਼ਗਨ ਕੀਤੇ ਜਾਂਦੇ ਹੈਗੇ ਆ ਆਪਣਾ ਲੜਕੇ ਦੇ ਨਾਲ, ਕਿਉਂਕਿ ਬਰਾਤ ਤੋਰਨੀ ਹੈ ਨਾ, ਉਹ ਡਿਸਕਸ ਕਰਾਂਗੇ। ਤੇ ਫਿਰ ਜਦੋਂ ਵਿਆਹ ਦੇ ਸਮੇਂ ਵਿਆਹ ਹੋ ਕੇ ਲੜਕੀ ਵਾਲਿਆਂ ਦੇ ਘਰੇ ਬੈਠ ਕੇ ਜਿਹੜੇ 2-4 ਸ਼ਗਨ ਕੀਤੇ ਜਾਂਦੇ ਆ ਉਹ ਆਪਾਂ ਕਰਾਂਗੇ। ਤੇ ਇਸ ਸੰਖਲਾ ਨੂੰ ਆਪਾਂ ਅੱਗੇ ਤੋਰ ਕੇ ਤਾਂ ਜਲਦੀ ਆਪਾਂ ਮਤਲਬ ਕਿ ਨਾ ਮੇਰਾ ਖਿਆਲ 3 ਜਾਂ 4 ਹੋਰ ਕਿਸ਼ਤਾਂ ਦੇ ਵਿੱਚ ਆਪਾਂ ਇਹਨੂੰ ਸਮਾਪਤ ਕਰਾਂਗੇ। ਫਿਰ ਦੁਬਾਰਾ ਭੁੱਲ ਨਾ ਜਾਇਓ ਸਬਸਕ੍ਰਾਈਬ ਕਰਨਾ ਪ੍ਰਦੇਸ਼ ਟਾਈਮਸ ਟੈਲੀਵਿਜ਼ਨ ਨੂੰ। ਤਾਂ ਮੇਰੇ ਵੱਲੋਂ ਪਰਮਪਾਲ ਸਿੰਘ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਇਛਾਵਾਂ ਤੇ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ।